ਜੋ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਹੋਏ ਦੀਵਾਨਾਂ ਦੇ ਅੰਦਰ ਆਸਾ ਜੀ ਦੀ ਵਾਰ ਦਾ ਹਰਜਸ ਕੀਰਤਨ ਹੋਇਆ। ਉਪਰੰਤ ਚੱਲ ਰਹੀ ਲੜੀਵਾਰ ਵਿਚਾਰ ਜੋ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਬਾਬਾ ਫਰੀਦ ਸਾਹਿਬ ਦੇ ਅਮੋਲਕ ਬੋਲ। ਤੋ ਸਾਧ ਸੰਗਤ ਜੀ, ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੀ ਰਾਤ ਗੁਜ਼ਰੀ ਹੈ, ਮਾਛੀਵਾੜੇ ਨੂੰ ਸਫ਼ਰ ਆਰੰਭ ਕਰਦੇ ਹਨ ਤੇ ਭਾਈ ਸੰਗਤ ਸਿੰਘ ਜੀ ਨੂੰ ਆਪਣਾ ਸਵਰੂਪ ਬਖਸ਼ਿਸ਼ ਕਰਕੇ ਨਿਵਾਜਦੇ ਹਨ। ਤੋ ਅੱਗੇ ਵੀ ਅਰਜ਼ ਕਰੀਦੀ ਹੈ ਕਿ ਸਾਧ ਸੰਗਤ ਜੀ, ਦੁਨੀਆ ਤੇ ਬਹੁਤ ਰਹਿਬਰੀ ਪੁਰਸ਼ ਆਏ। ਕਿਸੇ ਨੇ ਨਾਮ ਦਿੱਤਾ, ਕਿਸੇ ਨੇ ਆਸ਼ੀਰਵਾਦ ਦਿੱਤਾ, ਕਿਸੇ ਨੇ ਅਸੀਸ ਦਿੱਤੀ, ਕਿਸੇ ਨੇ ਧਨ ਪਦਾਰਥ ਦਿੱਤੇ, ਕਿਸੇ ਨੇ ਮਾਇਆ ਦੇ ਕੇ ਨਵਾਜਿਆ। ਪਹਿਲਾ ਰਹਿਬਰੀ ਪੁਰਸ਼ ਆਇਆ ਦੁਨੀਆ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਨੇ ਸਾਨੂੰ ਆਪਣਾ ਪਰਿਵਾਰ ਦੇ ਕੇ ਨਵਾਜਿਆ। ਔਰ ਇੱਥੇ ਬਸ ਨਹੀਂ, ਦਸਤਾਰ ਦੇ ਕੇ ਨਵਾਜਿਆ, 5 ਕਕਾਰ ਦੇ ਕੇ ਨਵਾਜਿਆ, ਔਰ ਸਭ ਤੋਂ ਵੱਡੀ ਬਖਸ਼ਿਸ਼ ਕੇ ਆਪਣਾ ਚਿਹਰਾ ਮੋਹਰਾ ਵੀ ਸਾਨੂੰ ਦੇ ਕੇ ਨਵਾਜਿਆ। ਜਿਸ ਤਰ੍ਹਾਂ ਭਾਈ ਉਦੇ ਸਿੰਘ ਸਾਹਿਬ ਜੀ ਦਾ ਸੀਸ ਲੱਥ ਗਿਆ, ਦਿੱਲੀ ਦਰਬਾਰ ਵਿੱਚ ਲਿਜਾਇਆ ਗਿਆ, ਇਸੇ ਤਰ੍ਹਾਂ ਅੱਜ ਬਾਬਾ ਸੰਗਤ ਸਿੰਘ ਜੀ ਸ਼ਹੀਦ ਹੋਣੇ ਹੈ। ਉਹਨਾਂ ਦਾ ਸੀਸ ਵੀ ਇਤਿਹਾਸਕਾਰ ਕੁਝ ਕਹਿੰਦੇ ਕੱਟਿਆ ਗਿਆ, ਕਿਉਂਕਿ ਉਹਨਾਂ ਦੇ ਚਿਹਰੇ ਦੀ ਰੂਹਾਨੀਅਤ ਗੁਰੂ ਗੋਬਿੰਦ ਸਿੰਘ ਨਾਲ ਮੇਲ ਖਾਂਦੀ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਆਪਣਾ ਚਿਹਰਾ ਵੀ ਦੇ ਗਏ। ਗੁਰੂ ਸਾਹਿਬ ਜੀ ਮਹਾਰਾਜ ਕੇ ਹੁਸਨਲ ਚਿਰਾਗ ਹੈ, ਹੁਸਨ ਦੇ ਮਾਲਕ ਸੀ ਮਹਾਰਾਜ ਸੱਚੇ ਪਾਤਸ਼ਾਹ। ਕਿ ਸਾਹਿਬ ਦਿਮਾਗ ਹੈ, ਤੋ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦੇ ਮਾਲਕ ਆਪਾਂ ਬਣਨਾ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਪਾਕ ਬੋਲ ਸਰਵਣ ਕਰਨੇ ਹਨ। ਬਹੁਤ ਕੀਮਤੀ ਤੋਹਫਾ ਹੈ ਸਾਧ ਸੰਗਤ ਜੀ, ਦਸਤਾਰ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵੱਡਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸ਼ਹੀਦ ਹੋ ਗਏ, ਬਾਬਾ ਜੁਝਾਰ ਸਿੰਘ ਸਾਹਿਬ ਸ਼ਹੀਦ ਹੋ ਗਏ, ਭਾਈ ਹਿੰਮਤ ਸਿੰਘ ਸ਼ਹੀਦ ਹੋ ਗਏ, ਭਾਈ ਮੋਹਕਮ ਸਿੰਘ ਸ਼ਹੀਦ ਹੋ ਗਏ, ਬਾਬਾ ਸਾਹਿਬ ਸਿੰਘ ਸ਼ਹੀਦ ਹੋ ਗਏ। ਹਜ਼ੂਰ ਪਾਤਸ਼ਾਹ ਮਹਾਰਾਜ ਦਾ ਹੱਥ ਸ੍ਰੀ ਸਾਹਿਬ ਦੀ ਮੁੱਠ ਤੇ ਚਲਾ ਗਿਆ। ਹਜ਼ੂਰ ਪਾਤਸ਼ਾਹ ਮਹਾਰਾਜ ਦੇ ਨੇਤਰਾਂ 'ਚ ਲਾਲੀ ਉਤਰੀ। ਹਜ਼ੂਰ ਨੇ ਹੁਕਮ ਕੀਤਾ, ਖਾਲਸਾ ਜੀ ਘੋੜਾ ਤਿਆਰ ਕੀਤਾ ਜਾਵੇ। ਭਾਈ ਆਲਮ ਸਿੰਘ ਵਰਗੇ ਯੋਧੇ ਸ਼ਹੀਦ ਹੋਏ ਹੈ। ਭਾਈ ਮਾਨ ਸਿੰਘ ਜੀ ਬੜਾ ਵੱਡਾ ਰਾਠ ਹੈ, ਬੜਾ ਵੱਡਾ ਜਵਾਨ ਸੀ, ਬੜਾ ਤਕੜੇ ਦਿਲ ਵਾਲਾ ਸੀ। ਜਦੋਂ ਮਹਾਰਾਜ ਸਾਹਿਬ ਨੇ ਆਖਿਆ ਘੋੜਾ ਲਿਆਓ, ਕਹਿੰਦਾ ਸਤਿਗੁਰੂ ਕੀ ਕਰਨਾ ਹੈ? ਮਹਾਰਾਜ ਕਹਿੰਦੇ ਹੁਣ ਅਸੀਂ ਜੰਗੇ ਮੈਦਾਨ ਦੇ ਵਿੱਚ ਉਤਰਨਾ ਚਾਹੁੰਦੇ ਹਾਂ। ਕਿਸੇ ਨੇ ਅਦਬ ਦਾ ਸ਼ੇਰ ਵੀ ਲਿਖਿਆ ਸੀ, ਮਹਾਰਾਜ ਕਹਿੰਦੇ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ। ਮੈਂ ਚਾਹੁੰਦਾ ਸੀ ਸ਼ਹੀਦ ਹੋਣਾ ਚਮਕੌਰ ਦੀ ਗੜੀ 'ਚ, ਪਰ ਮੇਰੇ ਖਾਲਸੇ ਨੇ ਮੇਰੇ ਹੱਥ ਬੰਨ੍ਹ ਦਿੱਤੇ। ਉੱਥੇ 5 ਪਿਆਰੇ ਜਿਨ੍ਹਾਂ ਨੇ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕੇ ਆਖਿਆ ਕਿ ਖਾਲਸੇ ਦਾ ਹੁਕਮ ਹੈ, ਤੁਹਾਨੂੰ ਅਸੀਂ ਲੜਨ ਨਹੀਂ ਦੇਣਾ, ਤੁਸੀਂ ਗੜੀ ਚੋਂ ਬਾਹਰ ਚਲੇ ਜਾਓ। ਤੋ ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਹੀਂ, ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ, ਮੈਨੂੰ ਸ਼ਹੀਦ ਹੋਣ ਦਿਓ ਮੇਰੇ ਪੁੱਤਰਾਂ ਦੇ ਨਾਲ। ਤੇ ਸਿੰਘਾਂ ਨੇ ਹੁਕਮ ਲਾਤਾ, ਕਹਿੰਦੇ ਤੂੰ ਕਿਹਾ ਸੀ ਬਾਪੂ ਪੰਜਾਂ ਦਾ ਹੁਕਮ ਨਹੀਂ ਮੋੜੇਗਾ,
ਅੱਜ 5 ਸਿੰਘ ਤੈਨੂੰ ਹੁਕਮ ਕਰਦੇ ਆ ਗੜੀ ਨੂੰ ਛੱਡ ਕੇ ਚਲਾ ਜਾ। ਤੇ ਹਜੂਰ ਪਾਤਸ਼ਾਹ ਮਹਾਰਾਜ ਕਹਿੰਦੇ ਅੱਜ ਫਿਰ ਤੁਸੀਂ ਗੁਰੂ ਬਣ ਕੇ ਹੁਕਮ ਕੀਤਾ ਪੰਚ ਪ੍ਰਵਾਨ ਤੇ ਮੈਂ ਚੇਲਾ ਬਣ ਕੇ ਤੁਹਾਡਾ ਹੁਕਮ ਮੰਨਾਂਗਾ, ਜ਼ਰੂਰ ਮੰਨਾਂਗਾ, ਪਰ ਪਹਿਲਾਂ ਮੈਨੂੰ ਚੇਲਾ ਬਣਨ ਵਾਸਤੇ ਥੋੜਾ ਜਿਹਾ ਕਰਜ਼ ਉਤਾਰਨਾ ਪੈਣਾ। ਕਹਿੰਦੇ ਜੀ ਉਹ ਕੀ? ਮਾਰੇ ਸੱਚੇ ਪਾਤਸ਼ਾਹ ਕਹਿੰਦੇ ਐ ਕਿ ਤੁਸੀਂ ਮੈਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ, ਹੁਣ ਮੈਂ ਉਹ ਗੁਰਤਾ ਗੱਦੀ ਤੁਹਾਨੂੰ ਬਖਸ਼ਿਸ਼ ਕਰਨੀ ਹੈ। ਗੁਰੂ ਤੁਹਾਨੂੰ ਤੇ ਚੇਲਾ ਤੁਹਾਡਾ ਮੈਂ ਬਣਨਾ ਹੈ, ਕਿਉਂਕਿ ਹੁਣ ਪੰਜਾਂ ਦਾ ਹੁਕਮ ਹੈ। ਉੱਥੇ ਇਤਿਹਾਸ ਕਹਿੰਦਾ ਧਰਤੀ ਰੋਈ, ਅਸਮਾਨ ਰੋਇਆ। ਸੰਗਤੇ ਅੱਜ ਵੇਖੋ ਕੋਈ ਬੱਦਲ ਨਹੀਂ ਸੀ, ਕੱਲ ਕੋਈ ਹਵਾ ਨਹੀਂ ਸੀ, ਅੱਜ ਮੀਂਹ ਪੈ ਗਿਆ। ਅੱਜ ਵੀ ਗੁਰੂ ਸਾਹਿਬ ਪ੍ਰਤੱਖ ਵਰਤਦੇ ਐ। ਰਾਤ ਨੂੰ ਮਹਾਰਾਜ 12 ਕੁ ਵਜੇ ਨਿਕਲਣਾ ਹੈ ਤੇ ਮੀਂਹ ਪੈਂਦਾ ਸੀ ਉਦੋਂ। ਤੇ ਮੀਂਹ ਪੈਂਦੇ ਦੇ ਵਿੱਚ ਕਿਸੇ ਆਲਮ ਫਾਜ਼ਲ ਨੇ ਇੱਕ ਸ਼ੇਰ ਲਿਖ ਦਿੱਤੇ, ਉਹ ਮੈਂ ਆਪ ਜੀ ਨਾਲ ਸਾਂਝ ਪਾਵਾਂਗਾ, ਯਤਨ ਕਰਾਂਗਾ। ਪਹਿਲਾਂ ਆਪਾਂ ਦਰਸ਼ਨ ਕਰੀਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਦਸਤਾਰ ਸਿਰ ਤੋਂ ਲਾਉਣੀ ਸ਼ੁਰੂ ਕੀਤੀ। ਕੱਲਾ ਕੱਲਾ ਪੇਚ ਕਰਕੇ ਮਹਾਰਾਜ ਨੇ ਦਮਾਲਾ ਖੋਲਤਾ। ਕਿੱਦਾਂ ਦੀ ਘੜੀ ਹੋਵੇਗੀ ਸੰਗਤੇ? ਭਾਈ ਸੰਗਤ ਸਿੰਘ ਨੂੰ ਮਹਾਰਾਜ ਕਹਿੰਦੇ ਤੂੰ ਵੀ ਖੋਲ। ਕਹਿੰਦੇ ਮਹਾਰਾਜ ਕਰਨ ਕੀ ਲੱਗੇ ਐ? ਪਰ ਸਿੱਖਾਂ ਦੇ ਅੰਦਰ ਪਿਆਰ ਸੀ। ਅੱਜ ਤੇ ਪੁੱਛਦੇ ਆ ਨਾ ਕਾਤੋਂ ਪਾਠ ਕਰਨਾ, ਕਿਉਂ ਕਰਨਾ, ਕਾਤੋਂ ਸਵੇਰੇ ਉੱਠਣਾ। ਉਦੋਂ ਕਿਉਂ ਸ਼ਬਦ ਨਹੀਂ ਸੀ ਹੁੰਦਾ। ਕਿਉਂ ਹੁੰਦਾ? ਲੜਾਈ। ਮੰਨ ਲਓ ਪਤੀ ਪਤਨੀ ਆ, ਪਤੀ ਕਵੇ ਆਪਾਂ ਆਹ ਕੰਮ ਕਰਨਾ, ਕਵੇ ਜੀ ਸੱਤ ਹੈ, ਪਰ ਜਦੋਂ ਪੁੱਛੂ ਕਿਉਂ ਕਾਤੋਂ, ਉੱਥੇ ਫਿਰ ਗੜਬੜ ਹੋ ਜਾਣੀ। ਕਿਉਂਕਿ ਕੋਈ ਵੀ ਇੱਕ ਭਰੋਸਾ ਹੁੰਦਾ ਵੀ ਜੋ ਮੇਰਾ ਕਰੂਗਾ ਚੰਗਾ ਹੀ ਕਰੂਗਾ। ਸਿੱਖਾਂ ਨੇ ਸਵਾਲ ਨਹੀਂ ਸੀ ਪਲਟ ਕੇ ਕੀਤਾ। ਮਹਾਰਾਜ ਕਹਿੰਦੇ ਸੰਗਤ ਸਿੰਘ ਜੀ ਆਪਣੀ ਦਸਤਾਰ ਉਤਾਰੋ। 2 ਕੇਸਕੀਆਂ ਬੰਨ੍ਹਦੇ ਅੱਜ ਵੀ ਹੁਕਮ ਹੈ। ਇੱਕ ਥੱਲੇ ਛੋਟੀ ਵੱਖਰੀ ਹੁੰਦੀ ਹੈ, ਇੱਕ ਉੱਪਰ ਵੱਡੀ ਹੁੰਦੀ ਹੈ। ਤੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣੀ ਦਸਤਾਰ ਆਪਣੀ ਝੋਲੀ 'ਚ ਰੱਖ ਲਈ ਉਤਾਰ ਕੇ। ਭਾਈ ਸੰਗਤ ਸਿੰਘ ਨੇ ਵੀ ਉਤਾਰ ਲਈ ਤੇ ਮਹਾਰਾਜ ਕਹਿੰਦੇ ਹੁਣ ਆਪਾਂ ਇੱਕ ਦੂਜੇ ਨਾਲ ਵਟਾ ਲਈਏ। ਕਿੱਦਾਂ ਦਾ ਦ੍ਰਿਸ਼ ਹੋਵੇਗਾ ਵੀ ਸ਼ਹੀਦੀਆਂ ਹੋ ਚੱਲੀਆਂ ਤੇ ਮਹਾਰਾਜ ਸਾਹਿਬ ਜੀ ਨੇ ਉਹਦੀ ਦਸਤਾਰ ਜਿਹੜੀ ਸੀ ਆਪਣੀ ਝੋਲੀ 'ਚ ਰੱਖੀ ਤੇ ਸੰਗਤ ਸਿੰਘ ਰੋ ਪਿਆ ਸੀ। ਵੈਸੇ ਸਿੰਘ ਦੀ ਕੋਈ ਜਾਤ ਪਾਤ ਨਹੀਂ ਹੁੰਦੀ, ਪਰ ਜੇ ਫੇਰ ਵੀ ਇਤਿਹਾਸ ਨੂੰ ਪੜ੍ਹਾਂਗੇ ਤਾਂ ਮਜ਼੍ਹਬੀ ਸਿੰਘ ਸੀ। ਤੋ ਉਸ ਵੇਲੇ ਰੋਇਆ ਤੇ ਹਜ਼ੂਰ ਕਹਿੰਦੇ ਤੂੰ ਰੋਇਆ ਕਿਉਂ? ਅਸਲ ਦੇ ਵਿੱਚ ਤੁਹਾਨੂੰ ਪਤਾ ਮਜ਼ਹਬੀ ਕਿਹਨੂੰ ਕਹਿੰਦੇ ਆ? ਮਜ਼ਹਬੀ ਕਿਸੇ ਜਾਤ ਦਾ ਨਾਂ ਨਹੀਂ ਹੈ। ਇਸ ਸ਼ਬਦ ਨੂੰ ਧਿਆਨ ਨਾਲ ਵੇਖਿਓ। ਆਪਾਂ ਇਹਦੇ ਵਿੱਚੋਂ ਹਾਹਾ ਕੱਟ ਦਿੰਨੇ, ਮਜ਼ਹਬੀ ਕਹਿੰਦੇ ਨਹੀਂ। ਇਹਦਾ ਪੂਰਾ ਸ਼ਬਦ ਹੈ ਮਜ਼ਹਬੀ। ਜਿਹੜੇ ਮਜ਼ਹਬ ਦੇ ਪੱਕੇ ਸੀ, ਭਾਵ ਧਰਮ ਦੇ ਪੱਕੇ ਸੀ, ਆਪਣੇ ਸੀਸ ਤੱਕ ਉਡਾ ਦਿੰਦੇ ਸੀ ਪਰ ਧਰਮ ਨਹੀਂ ਸੀ ਛੱਡਦੇ। ਉਹਨਾਂ ਨੂੰ ਕਹਿੰਦੇ ਸੀ ਮਜ਼ਹਬੀ। ਮਜ਼ਹਬ ਦੇ ਵਿੱਚ, ਧਰਮ ਦੇ ਵਿੱਚ ਪੱਕੇ ਰਹਿਣ ਵਾਲੇ, ਨਾ ਕਿ ਕਿਸੇ ਗੋਤ ਜਾਤ ਨੂੰ ਕਿਹਾ ਗਿਆ। ਜਿਹੜਾ ਆਪਣੇ ਧਰਮ ਲਈ ਨਿਸ਼ਾਵਰ ਹੋ ਜਾਵੇ, ਤਾਂ ਕਰਕੇ ਆਪਾਂ ਨੂੰ ਇਹ ਸ਼ਬਦ ਮਿਲੇ ਮਜ਼ਹਬੀ। ਇਹ ਮਜ਼ਹਬ ਦੇ ਪੱਕੇ ਲੋਕ ਨੇ। ਇਹਨਾਂ ਦੇ ਬੰਦ ਬੰਦ ਕੱਟਤੇ ਆਰਿਆਂ ਤੇ ਚੜਾਤੇ, ਚਰਖੜੀਆਂ ਨਾਲ ਚੀਰਤੇ। ਇਹਨਾਂ ਨੇ ਮਜ਼ਹਬ ਨਹੀਂ ਛੱਡਿਆ। ਇਹ ਸ਼ਬਦ ਉਦੋਂ ਮਿਲਿਆ ਸੀ ਮਜ਼ਹਬੀ, ਮਜ਼ਹਬ ਦੇ ਪੱਕੇ। ਅਸੀਂ ਹੋਰ ਪਾਸੇ ਲੈ ਤੁਰੇ। ਤੂੰ ਕੌਣ ਹੈ? ਮੈਂ ਸ਼ੀਂਬਾ। ਤੂੰ ਕੌਣ ਹੁੰਦਾ ਹੈ? ਮੈਂ ਕਮੋ। ਤੂੰ ਕੌਣ ਹੈ? ਮੈਂ ਮਜ਼ਹਬੀ। ਤੂੰ ਕੌਣ ਹੈ? ਮੈਂ ਜੱਟ। ਤੂੰ ਕੌਣ ਹੈ? ਮੈਂ ਝੂਰ। ਖਤਮ ਕਰਤਾ ਸੀ। ਮਹਾਰਾਜ ਕਹਿੰਦੇ ਆ ਓਏ ਥਾਂ ਥਾਂ ਤੇ ਗਰਦਨ ਝੁਕਾਉਣ ਵਾਲਿਆ, ਅੱਜ ਤੇਰੀ ਅਣਖ ਨੂੰ ਮਗਰੂਰ ਹੁੰਦਾ ਵੇਖਣਾ। ਤੇਰੇ ਡੌਲਿਆਂ 'ਚ ਭਰ ਦੇਣੀ ਮੈਂ ਹਿੰਮਤ ਦੀ ਕਣੀ। ਤੇਰੇ ਦੇਸ਼ ਹੱਥੋਂ, ਤੇਰੇ ਹੱਥੋਂ ਦੇਸ਼ ਦਾ ਦੁੱਖ ਦੂਰ ਹੁੰਦੇ ਵੇਖਣਾ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਗਤ ਸਿੰਘ ਜੀ ਰੋਂਦੇ ਕਿਉਂ?
ਕਹਿੰਦੇ ਮਹਾਰਾਜ ਜੀ ਰੋਵਾਣਾ ਤਾਂ ਕੀ ਕਰ, ਸਾਨੂੰ ਤਾਂ ਕੋਈ ਆਪਣੇ ਚੌਂਕੇ ਦੇ ਲਾਗੇ ਨਹੀਂ ਸੀ ਆਉਣ ਦਿੰਦਾ, ਤੇ ਤੂੰ ਅੱਜ ਪੱਗ ਵਟਾਉਣ ਲੱਗਾ ਏ। ਪੱਗ ਕੋਈ ਖੇਡ ਨਹੀਂ ਸਕਦੇ, ਕੋਈ ਅਦਬ ਦੇ ਨਾਲ ਪਿਆਰ ਨਾਲ ਤੁਹਾਨੂੰ ਦਵੇ ਨਾ, ਨੂੰ ਰੋਲਿਓ ਨਾ, ਕਿਤੇ ਆਖੋ ਸਤਿਨਾਮ। ਅੱਜ ਆਪਾਂ ਠੀਕ ਹੈ, ਮਾਫ ਕਰਿਓ, ਫੈਸ਼ਨ ਪ੍ਰਤੀ ਆ, ਫੈਸ਼ਨ ਦੇ ਬਦਲੇ ਆਪਾਂ ਗੁਰੂ ਨੂੰ ਛੱਡੀ ਜਾਂਦੇ ਆ। ਪਰ ਯਾਦ ਰੱਖਣਾ ਭਾਗਾਂ ਵਾਲਿਓ, ਜਿੱਦਣ ਸਰੀਰ ਛੱਡਿਆ ਉਦਣ ਫੈਸ਼ਨ ਨੇ ਤੇ ਨਹੀਂ ਬਾਂਹ ਫੜਨੀ, ਉਦਣ ਗੁਰੂ ਨੇ ਬਾਂਹ ਫੜਨੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸੱਚਾ ਪਿਆਰ ਕਰਦਾ ਹੈ ਤੇ ਛੱਡ ਦੇ ਫੈਸ਼ਨ। ਸਿੱਖੀ ਸਰੂਪ ਧਾਰਨ ਕਰ ਲਾ, ਤੂੰ ਦੁੱਗਣਾ ਚੌਗਣਾ ਸੁਨੱਖਾ ਲੱਗੇਗਾ। ਭਲਿਆ ਕਿਤੇ ਕਰਕੇ ਤੇ ਵੇਖ। ਤੇ ਸਾਧ ਸੰਗਤ ਜੀ, ਮੇਰੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਆਪਣੀ ਦਸਤਾਰ ਬਾਬਾ ਸੰਗਤ ਸਿੰਘ ਨੂੰ ਰੋਂਦੇ ਹੋਏ ਨੂੰ ਦਮਾਲਾ ਸਜਾਤਾ, ਪੂਰਾ ਦਮਾਲਾ ਸਜਾ ਕੇ ਚੱਕਰ ਪਾ ਕੇ ਮਹਾਰਾਜ ਸਾਹਿਬ ਜੀ ਨੇ ਉਹਦੇ ਦਾੜੇ ਤੇ ਹੱਥ ਫੇਰਿਆ, ਮੋਢੇ ਤੇ ਸ਼ਾਬਾਸ਼ੀ ਦੇ ਕੇ ਕਹਿੰਦੇ ਮਿੱਤਰਾ ਓਏ ਤੂੰ ਤਾਂ ਮੇਰੇ ਨਾਲੋਂ ਵੀ ਸੋਹਣਾ ਲੱਗਦਾ ਹੈ। ਸਿੱਖ ਰੋਂਦਾ ਸੀ ਉਸ ਵੇਲੇ। ਫਿਰ ਮਹਾਰਾਜ ਸਾਹਿਬ ਨੇ ਆਪਣੀ ਕਲਗੀ ਤੋੜਾ ਜਿਹੜਾ ਸੀ ਨਾ, ਇਤਿਹਾਸ ਕਹਿੰਦਾ ਹੈ ਵੱਖ-ਵੱਖ ਰਾਏ ਹੈ ਵੀ ਉਹਦੇ ਵਿੱਚ 1.25 ਕਰੋੜ ਦਾ ਹੀਰਾ ਸੀ। ਅੱਜ ਵੀ ਉਹ ਕਲਗੀ ਬ੍ਰਿਟਿਸ਼ ਵਿੱਚ ਪਈ ਹੈ। ਮਹਾਰਾਜਾ ਰਣਜੀਤ ਸਿੰਘ ਜੀ ਕੋਲ ਰਹੀ ਉਹ ਜਦੋਂ ਰਾਜ ਸੀ ਆਪਣਾ। ਤੇ ਕਹਿੰਦੇ ਜਦੋਂ ਨਿਤਨੇਮ ਕਰਦਾ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ, ਤੇ ਨਿਤਨੇਮ ਤੋਂ ਬਾਅਦ ਅਰਦਾਸ ਕਰਕੇ ਤੇ ਉਸ ਕਲਗੀ ਨੂੰ ਮੱਥੇ ਨਾਲ ਲਾਉਂਦਾ ਸੀ। ਤੋ ਇਸ ਕਰਕੇ ਉਹ ਬਾਬਾ ਸੰਗਤ ਸਿੰਘ ਜੀ ਦੇ ਸਿਰ ਤੇ ਜਦੋਂ ਸਜਾਈ ਤੇ ਮਹਾਰਾਜ ਕਹਿੰਦੇ ਓਏ ਸੋਹਣਿਆ, ਓਏ ਹੀਰਿਆ, ਮੇਰੇ ਲਾਲ ਜੀਓ, ਤੂੰ ਤੇ ਮੇਰੇ ਨਾਲੋਂ ਵੀ ਸੁੰਦਰ ਹੈ। ਫਿਰ ਮਹਾਰਾਜ ਨੇ ਆਪਣੀ ਸ੍ਰੀ ਸਾਹਿਬ ਉਹਨੂੰ ਦਿੱਤੀ ਤੇ ਬਚਨ ਕੀਤਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, 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 ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਕਿਸੇ ਵਿਦਵਾਨ ਨੇ ਕਿਹਾ ਕਿੰਨੇ ਰਹਿਬਰੀ ਪੁਰਸ਼ ਆਏ, ਕਿਸੇ ਰਹਿਬਰੀ ਪੁਰਸ਼ ਦੇ ਨਾਂ ਦੇ ਨਾਲ ਮਰਦ ਸ਼ਬਦ ਨਹੀਂ ਲੱਗਾ। ਜੇ ਮਰਦ ਸ਼ਬਦ ਕਿਸੇ ਨਾਲ ਲਾਇਆ ਏ ਤੇ ਕਹਿੰਦੇ ਵਹਿ ਪ੍ਰਗਟਿਓ ਮਰਦ ਅਗੰਮੜਾ। ਤੋ ਇਸ ਕਰਕੇ ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣਾ ਸਰੂਪ ਸੰਗਤ ਸਿੰਘ ਜੀ ਨੂੰ ਬਖਸ਼ਿਸ਼ ਕੀਤਾ। ਫਿਰ ਗੁਰਫਤਿਹ ਕਰਕੇ ਮਹਾਰਾਜ ਸਾਹਿਬ ਜੀ ਨੇ ਉਹਦੇ ਵਾਲੀ ਕੇਸ ਕੀ ਸਜਾ ਲਈ, ਕਿਉਂਕਿ ਚੇਲੇ ਬਣਨਾ ਹੈ ਨਾ। ਆਪਣਾ ਚੋਲਾ ਵੀ ਉਹਨੂੰ ਪਵਾਤਾ, ਜਾਣੀ ਸਾਰੇ ਬਸਤਰ ਜੋੜਾ ਤੱਕ ਭਾਈ ਸਾਹਿਬ ਜੀ ਨੂੰ ਬਖਸ਼ਿਸ਼ ਕਰਤਾ, ਕਿਉਂਕਿ ਚੇਲੇ ਵਾਲਾ ਸਰੂਪ ਧਾਰਿਆ। ਤੋ ਸਾਧ ਸੰਗਤ ਜੀ, ਉਸ ਵੇਲੇ ਸਿੱਖਾਂ ਦੀਆਂ ਧਾਹਾਂ ਨਿਕਲ ਪਈਆਂ, ਕਿਉਂਕਿ ਮਹਾਰਾਜ ਦਾ ਸਾਦਾ ਜਿਹਾ ਸਰੂਪ ਹੋ ਗਿਆ ਇੱਕ ਸਿੱਖ ਵਾਲਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੰਗਾ ਫਿਰ ਸਿੰਘੋ, ਰਾਤ ਟਿਕੀ ਹੈ ਤੇ ਹੁਣ ਸਾਨੂੰ ਵਿਦਾ ਕਰੋ। ਗੜੀ ਦੇ ਦਰਵਾਜ਼ੇ ਨੇ ਖੁੱਲਿਆ ਤੇ ਸਿੰਘ ਮਹਾਰਾਜ ਨੂੰ ਬਾਹਰ ਕੱਢਣ ਵਾਸਤੇ ਆਏ। ਤੁਰਕ ਸ਼ਰਾਬ ਮਾਸ ਦੇ ਨਾਲ ਲੱਤ ਪੱਤ ਹੋਏ, ਬਾਹਰ ਘੇਰਾ ਪਿਆ, ਉਹਨਾਂ ਨੂੰ ਕੋਈ ਸੁਰਤ ਕੋ ਨਹੀਂ।
ਇੱਥੇ 1 ਮਿੰਟ ਮੈਂ ਤੁਹਾਡਾ ਲਵਾਂਗਾ, ਜੇ ਕੋਈ ਗੁੱਸਾ ਨਾ ਕਰੇ। ਇਹ ਖਾਣਾ ਸਾਡਾ ਨਹੀਂ ਸੀ। ਮੈਂ ਅੱਜ ਦੇ, ਕਿਉਂਕਿ ਸ਼ਹੀਦੀਆਂ ਦੇ ਦਿਨ ਹੈ, ਪਤਾ ਨਹੀਂ ਇਹ ਕਿੰਨੇ ਸਾਡੇ ਵਿੱਚ ਪਰੰਪਰਾ ਚਲਾਤੀ ਵੀ ਨੱਚਣ ਵਾਲੀ, ਵੇਖਣ ਵਾਲੀ। ਭਾਵੇਂ ਗੁੱਸਾ ਕਰਿਓ, ਸ਼ਰਾਬ, ਟੇਬਲਾਂ ਤੇ ਮਾਸ ਇਹ ਸਾਡਾ ਨਹੀਂ ਸੀ। ਭਾਵੇਂ ਮੈਨੂੰ ਤੁਸੀਂ ਫਾਂਸੀ ਵੀ ਦੇ ਦਿਓ ਨਾ ਤੇ ਮੈਂ ਤਾਂ ਵੀ ਕਵਾਂਗਾ। ਮੇਰਾ ਕੋਈ ਸਿਰ ਕਲਮ ਕਰਦੇ ਨਾ ਲੈ ਕੇ ਵੀ ਅੱਜ ਗਿਆਨੀ ਦਾ ਸਿਰ ਵੱਢਣਾ, ਮੈਂ ਵਢਾ ਲਾਂਗਾ, ਪਰ ਮੈਂ ਪੂਰੀ ਕੌਮ ਨੂੰ ਇਹ ਲਾਈਵ ਚੱਲਦਾ ਮੈਂ ਕਹਿਣਾ ਚਾਹਣਾ ਏ, ਇਹ ਸਾਡਾ ਨਹੀਂ ਸੀ। ਸਾਨੂੰ ਬਰਬਾਦ ਹੀ ਇਸ ਚੀਜ਼ ਨੇ ਕੀਤਾ। ਅੱਜ ਕੋਈ ਮੁੰਡਾ ਜਿਹੜਾ ਉਹਦੇ ਚਿਹਰੇ ਤੇ ਰੌਣਕ ਨਹੀਂ ਦੀਦੀ, ਕੋਈ ਧੀ ਦੇ ਸਿਰ ਤੇ ਚੁੰਨੀ ਨਹੀਂ ਦੀਦੀ, ਇਹ ਸਾਰਾ ਕੁਝ ਕਿਹਨੇ ਕੀਤਾ? ਇਸ ਕੰਮ ਨੇ। ਤੇ ਜਦੋਂ ਵੀ ਇਤਿਹਾਸ ਫਰੋਲ ਕੇ ਵੇਖੋਗੇ, ਕਿਸੇ ਗੋਰੇ ਨੇ ਪੁੱਛਿਆ ਸੀ ਕੈਨੇਡਾ ਦੇ ਵਿੱਚ ਸਵਾਲ, ਕਹਿੰਦੇ ਸਿੱਖੋ ਪੰਜਾਬ ਦੇ ਵਿੱਚੋਂ ਆਏ ਹੋ? ਕਹਿੰਦੇ ਜੀ। ਕਹਿੰਦੇ ਉੱਥੇ ਸਿੱਖਾਂ ਦਾ ਮੱਕਾ ਕਿਹੜਾ ਹੈ? ਕਹਿੰਦੇ ਹਰਿਮੰਦਰ ਸਾਹਿਬ। ਕਹਿੰਦੇ ਉਸ ਮੱਕੇ ਦੇ ਵਿੱਚ ਕਿਸੇ ਨੇ ਗਾਉਣ ਵਾਲੀ ਲਾਈ ਸੀ, ਉਹਦਾ ਨਾਂ ਕੀ ਸੀ? ਕਹਿੰਦੇ ਜੀ ਗਾਉਣ ਵਾਲੀ ਯਾਦ ਨਹੀਂ ਆ ਰਿਹਾ। ਕਹਿੰਦੇ ਚੇਤਾ ਕਰੋ। ਨੱਚਣ ਵਾਲੀ ਬੀਬੀ ਕਿਸੇ ਨੇ ਲਾਈ ਸੀ ਹਰਿਮੰਦਰ ਸਾਹਿਬ ਦੇ ਵਿੱਚ, ਉਹਦਾ ਨਾਂ ਕੀ ਸੀ? ਕਹਿੰਦੇ ਹਾਂ 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 ਮੱਸਾ ਰੰਗੜ। ਕਹਿੰਦੇ ਸ਼ੁਕਰ ਆ ਚੇਤਾ ਆ ਗਿਆ ਤੁਹਾਨੂੰ। ਕਹਿੰਦਾ ਫਿਰ ਅਗਲਾ ਸਵਾਲ ਕੀਤਾ, ਕਹਿੰਦੇ ਵੀ ਫਿਰ ਉਹ ਜਦੋਂ ਉਹਨੇ ਉੱਥੇ ਉਹ ਬੀਬੀ ਨੱਚਣੀ ਸ਼ੁਰੂ ਕਰਤੀ ਸੀ ਤੇ ਹੁੱਕਾ ਰੱਖ ਲਿਆ ਜਿੱਥੇ ਚੌਰ ਸਾਹਿਬ ਪਿਆ ਸੀ, ਮੰਜਾ ਡਾਲਿਆ ਜਿੱਥੇ ਮਹਾਰਾਜ ਦਾ ਪ੍ਰਕਾਸ਼ ਨਹੀਂ ਹੁੰਦਾ, ਜਿੱਥੇ ਉਹ ਪਾਪੀ ਚੜਨ ਲੱਗਾ ਸੀ ਪੈਰ ਰੱਖ ਕੇ, ਉੱਥੇ ਉਹਨੇ ਮੰਜਾ ਡਾਇਆ ਸੀ ਆਪਦਾ ਬੈੱਡ। ਜਿੱਥੇ ਰਾਗੀ ਆਸਾ ਦੀ ਵਾਰ ਦਾ ਕੀਰਤਨ ਕਰਦੇ, ਇੱਥੇ ਉਹਨੇ ਨੱਚਣ ਵਾਲੀ ਲਾਈ ਸੀ। ਪੂਰਾ ਪੂਰਾ ਬੇਅਦਬੀ ਦੇ ਵਿੱਚ ਰੱਤਿਆ ਹੋਇਆ ਸੀ। ਔਰ ਇੱਕ ਪੈਗ ਲਾਉਂਦਾ ਸੀ, ਕੰਨ ਖੋਲ ਕੇ ਸੁਣਿਓ, ਅੱਜ ਮੀਂਹ ਪਿਆ, ਆਵਾਜ਼ ਬੜੀ ਦੂਰ ਜਾਣੀ। ਇੱਕ ਮਾਸ ਦੀ ਸੰਖੀ ਚੁੱਕਦਾ ਸੀ ਤੇ ਉਹਨੂੰ ਪੈਸੇ ਸੁੱਟ ਕੇ ਕਹਿੰਦਾ ਸੀ ਹੋਰ ਨੱਚ। ਕਿਤੇ ਅੱਜ ਆਪਾਂ ਉਹਨਾਂ ਚ ਤੇ ਨਹੀਂ ਰਲ ਗਏ? ਰਲ ਗਏ ਆ। ਕੱਲ 8 ਪੋਹ ਸੀ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਵਿਆਹ ਸਾਰੇ ਪੈਲਸਾਂ ਚ। 13 ਨੂੰ ਵੀ ਕਰਨੇ ਆਪਾਂ। ਤੇ ਮੈਨੂੰ ਕੋਈ ਜੋ ਮਰਜ਼ੀ ਕਹੀ ਜਾਵੇ, ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਮੇਰੀਆਂ ਪੁੱਤਾਂ ਦੀ ਛਾਤੀ ਤੇ ਨੱਚਣ ਵਾਲਿਆ ਕੋਈ ਨਹੀਂ, ਮੇਰੇ ਕੋਲ ਹੀ ਆਉਣਾ ਤੂੰ। ਜਿੱਦਣ ਮਰਿਆ ਉਦਣ ਇਸੇ ਗ੍ਰੰਥੀ ਸਾਹਿਬ ਨੇ ਅਰਦਾਸ ਕਰਨੀ ਤੇਰੇ ਪੈਰਾਂ ਵੱਲੇ ਖੜੋ ਕੇ ਕਿ ਮਹਾਰਾਜ ਮੁਰਦੇ ਨੂੰ ਸਾੜਨ ਦੀ ਆਗਿਆ ਬਖਸ਼ੋ, ਤੇ ਤੈਨੂੰ ਮੈਂ ਦੱਸੂਗਾ ਦਰਗਾਹ ਦੇ ਵਿੱਚ ਵੀ ਕਿੱਦਾਂ ਸ਼ਹੀਦਾਂ ਦੀਆਂ ਛਾਤੀਆਂ ਤੇ ਚੜ੍ਹ ਕੇ ਨੱਚੀਦਾ। ਬਚਨ ਕੌੜੇ ਲੱਗਣੇ, ਮਾਫੀ ਚਾਹੁੰਦੇ। ਇੰਨੀ ਬੇਸ਼ਰਮੀ ਫੜ ਲਈ ਨਾ ਮੇਰੀ ਕੌਮ ਨੇ, ਇੰਨੀ ਕਿਤੇ ਵੀ ਨਹੀਂ। ਆਪਣੇ ਘਰੇ ਜਵਾਨ ਪੁੱਤ, ਆਪਣਾ ਛੋਟਾ ਜਿਹਾ ਬੱਚਾ ਦਾਖਲ ਹੋਵੇ, ਬੰਦਾ ਕਹਿੰਦਾ ਮੈਂ ਨਹੀਂ ਵਿਆਹ ਜਾਣਾ, ਮੇਰਾ ਬੇਟਾ ਹਸਪਤਾਲ ਦਾਖਲ ਹੈ, ਮੈਂ ਗੁਰਦੁਆਰੇ ਜਾਣਾ। ਅੱਜ ਕਿਉਂ ਨਹੀਂ ਚੇਤਾ ਆ ਰਿਹਾ? ਤੋ ਇਸ ਕਰਕੇ ਸਾਧ ਸੰਗਤ ਜੀ, ਉਹਨਾਂ ਨੇ ਸਵਾਲ ਕੀਤਾ, ਕਹਿੰਦੇ ਜੀ ਨੱਚਣ ਵਾਲੀ ਕਿੰਨੇ ਲਾਈ? ਕਹਿੰਦੇ ਜੀ ਮੱਸੇ ਰੰਗੜ ਨੇ। ਕਹਿੰਦੇ ਉਹਦਾ ਸਿਰ ਕਿੰਨੇ ਵੱਢਿਆ ਸੀ? ਕਹਿੰਦੇ ਸੁੱਖਾ ਸਿੰਘ ਮਹਿਤਾਬ ਸਿੰਘ ਨੇ। ਤੇ ਕਹਿੰਦੇ ਸਿਰ ਵੱਢ ਕੇ ਕਿੱਥੇ ਲੈ ਕੇ ਗਏ ਸੀ? ਬੋਲੋ ਜੀ, ਬੀਕਾਨੇਰ। ਸਵਾਲ ਇਹ ਕੀਤਾ ਵੀ ਉਹ ਸਿਰ ਵੱਢ ਕੇ ਉੱਥੇ ਸੁੱਟ ਕੇ ਕਿਉਂ ਨਹੀਂ ਗਏ? ਜਦੋਂ ਵੱਢਿਆ ਗਿਆ ਸੀ, ਪਰ ਉਹ ਨਾਲ ਕਿਉਂ ਲੈ ਗਏ? ਉਸ ਵੇਲੇ ਭਾਵਨਾ ਵਾਲੇ ਨੇ ਆਖਿਆ ਮਿੱਤਰਾ, ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਚੇਤਾਵਨੀ ਸੀ ਕਿ ਜਿਹੜਾ ਬੇਅਦਬੀ ਦੇ ਬਾਰੇ ਸੋਚੂਗਾ, ਉਹਦੀ ਸੋਚ ਵੀ ਪੰਜਾਬ ਦੇ ਵਿੱਚੋਂ ਬਾਹਰ ਲੈ ਜਾਣੀ ਹੈ। ਆਹ ਸੀ ਰੀਜਨ ਉਹਦਾ ਸਿਰ ਲਿਜਾਣ ਦਾ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਅੱਖਾਂ ਭਰਦੇ ਹੋਣਗੇ, ਮਹਾਰਾਜ ਸਾਹਿਬ ਰੋਂਦੇ ਹੋਣੇ ਆ। ਜਿੱਦਾਂ ਮੀਂਹ ਪਿਆ ਨਾ, ਮੈਨੂੰ ਤੇ ਲੱਗਦਾ ਮੀਂਹ ਨਹੀਂ ਪਿਆ, ਇਹ ਗੁਰੂ ਦੇ ਹੰਝੂ ਡਿੱਗੇ ਆ। ਗੁਰੂ ਅੰਮ੍ਰਿਤ ਵੇਲੇ ਅੱਜ ਹੰਝੂ ਸੁੱਟੇ ਆਪਣੇ, ਵੀ ਜਿੰਨਾ ਬੱਚਿਆਂ ਵਾਸਤੇ ਮੈਂ ਇੰਨਾ ਕੀਤਾ, ਓਏ ਪੰਜਾਬ ਦੇ ਲੋਕੋ ਤੁਹਾਨੂੰ ਕੀ ਹੋ ਗਿਆ? ਤੁਹਾਡਾ ਆਪਣਾ ਪੁੱਤ ਜਦੋਂ ਦਾਖਲ ਹੋਵੇ ਤੇ ਫਿਰ ਬੰਦਾ ਕਹਿੰਦਾ ਬਾਬਾ ਜੀ ਮੈਂ ਦਾੜਾ ਵੀ ਰੱਖ ਲੂੰ, ਬਾਬਾ ਜੀ ਮੈਂ ਅੰਮ੍ਰਿਤ ਵੀ ਛਕ ਲੂੰ, ਬਾਬਾ ਜੀ ਮੈਂ ਜੋ ਅੱਖੋਂ ਕਰ ਲੂੰ, ਮੇਰਾ ਬੱਚਾ ਬਚ ਜੇ। ਇੱਥੇ ਜਦੋਂ ਰੁੱਗ ਭਰਦਾ ਨਾ ਅੰਦਰਾਂ ਨੂੰ, ਫੇਰ ਮਹਿਸੂਸ ਹੁੰਦੀ ਪੀੜ। ਇੱਥੇ ਇੱਕ ਸਿੰਘ ਸੀ ਜੋੜ ਮੇਲੇ 'ਚ, ਉਹਦਾ ਬੱਚਾ ਦਾਖਲ ਸੀ ਫੇਫੜਿਆਂ 'ਚ, ਤੇ ਭਾਈ ਸਾਹਿਬ ਲਾਗੇ ਬੈਠੇ ਤੇ ਉਧਰੋਂ ਜੋੜ ਮੇਲਾ, ਤੇ ਉਹ ਫੋਨ 'ਚ ਮੇਰੇ ਅਜੇ ਤੱਕ ਕੰਨਾਂ 'ਚ ਉਹਦੀ ਆਵਾਜ਼ ਗੂੰਜਦੀ, ਬਾਬਾ ਜੀ ਮੇਰਾ ਪੁੱਤ ਬਚਾ ਲਓ, ਬਾਬਾ ਜੀ ਜੋ ਆਖੋਗੇ ਮੈਂ ਕਰੂੰਗਾ। ਇੰਨੇ ਉਸ ਵੀਰ ਨੇ ਤਰਲੇ ਲਏ, ਇੰਨੇ ਲਏ। ਮੈਂ ਕਿਹਾ ਰੋ ਨਾ ਵੀਰਾ, ਜਿੱਦਾਂ ਮਾਵਾਂ ਰੋਂਦੀਆਂ ਇਦਾਂ ਆਂਦਰਾਂ ਸੀ ਨਾ।
ਮੈਨੂੰ ਵੀ ਰਵਾ ਦਿੱਤਾ ਉਹਨੇ। ਮੈਂ ਕਿਹਾ ਭਾਈ ਮੈਂ ਤੇ ਅਰਦਾਸ ਕਰਦਾ ਪਰ ਇਦਾਂ ਨਾ ਕਰ ਤੂੰ ਸੱਜਣਾ, ਇੰਨਾ ਜ਼ਿਆਦਾ ਨਾ ਰੋ। ਪਰ ਉਹ ਬੱਚਾ ਨਹੀਂ ਬਚਿਆ। ਉਹ ਵੀਰ ਇੱਕ ਦਿਨ ਆਇਆ ਇੱਥੇ, ਮੈਨੂੰ ਮਿਲ ਕੇ ਗਿਆ। ਜਦੋਂ ਪਹਿਲਾਂ ਕਥਾ ਸੁਣ ਕੇ ਕਿਤੇ ਇੱਧਰੋਂ ਆਏ ਸੀ ਨਕੋਦਰ ਵੱਲੋਂ, ਤੇ ਉਹਦੀ ਕਲੀਨ ਸ਼ੇਪ ਸੀ। ਆ ਮੇਰੇ ਮੋਬਾਈਲ ਤੇ ਐਡ ਆ, ਇਸ ਵੇਲੇ ਲਾਈਵ ਵੀ ਸੁਣ ਰਹੇ ਹੋਣੇ ਆ। ਤੇ ਕਹਿਣ ਦਾ ਭਾਵ ਵੀ ਇਸ ਵੇਲੇ ਉਹਨੇ ਦਾੜਾ ਵੀ ਰੱਖ ਲਿਆ ਔਰ ਪੂਰੀ ਤਿਆਰੀ ਹੈ। ਦੋਵੇਂ ਜੀ ਅਰਦਾਸ ਕਰਾਉਣ ਵਾਸਤੇ ਤਿਆਰ ਕਿ ਮਹਾਰਾਜ ਕੋਈ ਨਹੀਂ, ਇੱਕ ਚਲੇ ਗਿਆ ਫੇਰ ਨਹੀਂ। ਮੈਂ ਤੁਹਾਨੂੰ ਸਮਝਾਉਣ ਲਈ ਵੀ ਕੋਈ ਗੁੱਸਾ ਨਾ ਕਰੇ, ਜਦੋਂ ਆਂਦਰ ਨੂੰ ਰੁੱਗ ਭਰਦਾ ਫਿਰ ਮੰਨਦੇ ਕਿ ਨਹੀਂ। ਗੁਰੂ ਦੇ ਪੁੱਤਾਂ ਵੇਰੀ ਕਿਉਂ ਨੀਵੀਂ ਪਾਉਣੇ? ਕਹਿੰਦੇ ਬਾਬਾ ਜੀ ਏਦਾਂ, ਹੁਣ ਇੱਥੇ ਤੇ ਤਖਤ ਹੈ ਤੇ ਸੱਚ ਬੋਲਣ ਦੇ ਘਰਾਂ ਚ ਅਗਲੇ ਪਹਿਲੋਂ ਕਹਿੰਦੇ ਗਿਆਨੀ ਜੀ ਹਿਸਾਬ ਜੇ ਨਾ ਰੱਖਿਓ ਕਿ ਰਿਸ਼ਤੇਦਾਰ ਨਾ ਗੁੱਸਾ ਹੋ ਜੀ। ਰਿਸ਼ਤੇਦਾਰਾਂ ਦਾ ਕਿੱਡਾ ਮੋਹ ਇਹਨਾਂ ਨੂੰ, ਵੀ ਚੱਲ ਜਾਣਗੇ ਛੱਡ ਕੇ ਤੇ ਚੱਲ ਜਾਣ। ਇੱਕ ਦਿਨ ਤੇ ਇਹਨਾਂ ਵੈਸੇ ਵੀ ਛੱਡਣਾ ਹੀ ਹੈ। ਜਦੋਂ ਬੰਦਾ ਕਿੰਨਾ ਵੀ ਪਿਆਰ ਕਿਸੇ ਨੂੰ ਕਰੇ, ਪਰ ਜਦੋਂ ਲੱਕੜਾਂ ਤੇ ਪਾਇਆ ਜਾਂਦਾ ਉਦੋਂ ਸਾਰੇ ਪਿਛਾਂ ਹੋ ਜਾਂਦੇ ਆ, ਉਦੋਂ ਕੋਈ ਨਹੀਂ ਲੰਮੇ ਪੈਂਦਾ। ਤੋ ਉਸ ਅੱਜ ਹਾਲਾਤ ਇੰਨੇ ਮਾੜੇ ਕਰ ਦਿੱਤੇ ਗਏ ਆਪਣੇ। ਆਪਾਂ ਕਹਿੰਦੇ ਕਥਾ ਨਹੀਂ ਹੁੰਦੀ, ਕੀਰਤਨ ਨਹੀਂ ਹੁੰਦਾ, ਬਾਬਾ ਜੀ ਬੁਰਾ ਹਾਲ। ਬੁਰਾ ਤੇ ਆਪੇ ਹੋਣਾ। ਵੀ ਕੋਈ ਰਾਗੀ ਸ਼ਹੀਦੀ ਸੁਣਾਉਂਦੇ ਆਏ, ਉਹਨੂੰ ਕਿਤੇ ਕੋਈ ਪਿਆਰ ਨਹੀਂ ਦੇ ਸਕਦਾ, ਤੇ ਇੱਕ ਰਾਤ ਦੀ ਪਾਰਟੀ ਦੇ ਵਿੱਚ 15 ਲੱਖ ਰੁਪਈਆ ਖੂਹ ਚ ਪਾਤਾ। ਕੌਣ ਸੀ ਉਹ ਪਾਰਟੀ ਕਰਨ ਵਾਲੇ? ਸਿੱਖ। ਦਿਮਾਗ ਖਰਾਬ ਹੈ ਨਾ, ਕਿਉਂਕਿ ਸਮਝ ਨਹੀਂ ਆ ਰਹੀ। ਉਸ ਵਕਤ ਇਤਿਹਾਸ ਹੀ ਅੱਜ ਅਸੀਂ ਕਹਿੰਦੇ ਆ ਜੀ ਮਹਾਰਾਜ ਦੇ ਹਰਿਮੰਦਰ ਸਾਹਿਬ ਬੇਅਦਬੀ ਕਰਨ ਆਇਆ, ਉਹਨੂੰ ਮਾਰ ਦਿੱਤਾ। ਏਦਾਂ ਹੀ ਚਾਹੀਦਾ। ਤੇ ਜੇ ਕੋਈ ਆਪਣੇ ਆ ਜੇ, ਆਪਾਂ ਵੀ ਬੇਅਦਬੀ ਕਰਦੇ ਹੀ ਐ ਵੀ 12 ਤੋਂ 1 ਵਜੇ ਤਾਈਂ ਸੁਖਮਣੀ ਸਾਹਿਬ ਉਸ ਕਮਰੇ 'ਚ ਹੁੰਦਾ ਤੇ ਸ਼ਾਮਾਂ ਨੂੰ ਉਸ ਕਮਰੇ 'ਚ ਟੇਬਲ ਹੁੰਦਾ। ਹੁਣ ਬੋਲੋ, ਬੇਅਦਬੀ ਨਹੀਂ ਹੈ? ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਉਹਦੇ ਤੇ ਸਾਰੇ ਬਿਆਨ ਦਿੰਦਾ। ਪਰ ਮੈਂ ਨਾ ਵੀ ਕਿਹੜੇ ਕਿਹੜੇ ਗਿਆਨੀ ਇੱਧਰ ਵੀ ਕੋਈ ਬਿਆਨ ਦੇ ਦੋ ਵੀ ਜਦੋਂ ਪੈਲਸ ਵਿੱਚ ਅਰਦਾਸ ਹੁੰਦੀ ਆ, ਇੱਕ ਪਾਸੇ ਮੀਟ ਰਿੱਝਦਾ, ਸ਼ਰਾਬ ਟੇਬਲਾਂ ਤੇ ਹੁੰਦੀ, ਜੁੱਤੀਆਂ ਪਾਈਆਂ, ਨੰਗੇ ਸਿਰ, ਇਹ ਬੇਅਦਬੀ ਨਹੀਂ ਹੈ? ਇੱਧਰ ਨੂੰ ਵੀ ਥੋੜਾ ਜਿਹਾ ਕੋਈ ਧਿਆਨ ਦੇ ਕੇ ਬੋਲੇ ਨਾ ਵੀ ਪਿਆਰਿਓ। ਉਹਨੇ ਤੇ ਜਾ ਕੇ ਜੰਗਲਾ ਟੱਪ ਕੇ ਤੇ ਬੇਅਦਬੀ ਕਰਨ ਗਿਆ ਤੇ 15 ਕੁ ਮਿੰਟਾਂ 'ਚ ਮਾਰਤਾ। ਸਾਨੂੰ ਜਦੋਂ ਕੋਈ ਮਾਰਨ ਆਇਆ ਅਸੀਂ ਕਿੱਧਰ ਭੱਜਣਾ? ਹੁਣ ਇਹ ਗੱਲ ਲੱਗਣੀ ਹੈ, ਕਿਉਂਕਿ ਉੱਥੇ ਕੋਈ ਧਿਆਨ ਨਹੀਂ ਦਿੰਦਾ। ਰੋਣ ਆਉਂਦਾ, ਮੈਂ ਤਾਂ ਮਜਬੂਰੀ ਬਣ ਜਾਂਦੀ ਹੈ। ਪੈਲਸ ਵਿੱਚ ਜਾਣ ਨੂੰ ਜੀ ਨਹੀਂ ਕਰਦਾ ਅਰਦਾਸ ਕਰਨ ਨੂੰ। ਸਭ ਤੋਂ ਵੱਡੀ ਬੇਅਦਬੀ ਅਰਦਾਸ ਦੀ ਅੱਜ ਪੈਲਸਾਂ 'ਚ ਹੈ, ਭਾਵੇਂ ਕੋਈ ਮੰਨੇ ਨਾ ਮੰਨੇ। ਇਹ ਗੁਨਾਹਗਾਰ ਅਸੀਂ ਵੀ ਹਾਂ। ਉਹਨੂੰ ਤੇ ਨਾਲ ਹੀ ਸੰਗਤ ਨੇ ਸਜ਼ਾ ਦੇਤੀ ਤੇ ਉਹ ਚਲੇ ਗਿਆ ਉਹਦੇ ਘਰ। ਤੇ ਜੇ ਆਪਣੀ ਵਾਰੀ ਵੀ ਆਉਣੀ ਹੈ, ਜੇ ਮਹਾਰਾਜ ਮਸੰਦਾਂ ਨੂੰ ਕੜਾਹਿਆਂ 'ਚ ਤਲ ਸਕਦਾ ਗੁਰੂ ਗੋਬਿੰਦ ਸਿੰਘ, ਤੇ ਸਾਨੂੰ ਵੀ ਤਲੂਗਾ, ਕਿਉਂਕਿ ਉਹਦਾ ਕਾਨੂੰਨ ਇੱਕ ਹੈ ਨਾ ਸਾਰਿਆਂ ਵਾਸਤੇ। ਇਸ ਕਰਕੇ ਪਤਾ ਨਹੀਂ ਕਿਉਂ ਨਹੀਂ ਕੋਈ ਬੋਲਦਾ। ਜੇ ਬੁਲਾਰੇ ਆ ਤੇ ਉਹ ਵੀ ਨਹੀਂ ਬੋਲਣ ਦਿਆ। ਕੋਈ ਖਰਬਾਂ ਦੀ ਜਾਇਦਾਦ ਇਕੱਠੀ ਕਰ ਲਈ ਆ ਗੁਰੂ ਦੇ ਨਾਂ ਦੇ ਉੱਤੇ, ਪਰ ਸੱਚ ਨੂੰ ਕੋਈ ਵੀ ਨਹੀਂ ਦੱਸਦਾ, ਕਿਉਂਕਿ ਸੱਚ ਸੁਣਾਉਣ ਵਾਲੇ ਨੂੰ ਮੌਤ ਮਿਲਦੀ। ਆਖੋ ਸਤਿਨਾਮ। 4 ਪਿਸਰ ਥੇ ਗਿਰਾਏ ਆਸੂ ਏਕ ਨਾ ਗਿਰਾਇਆ, ਰੁਤਬਾ ਗੁਰ ਗੋਬਿੰਦ ਨੇ ਰਿਸ਼ੀਓਂ ਕਾ ਬੜਾਇਆ। ਜੇ ਬਾਬਾ ਫਤਿਹ ਸਿੰਘ ਜੋਰਾਵਰ ਸਿੰਘ ਨੂੰ ਇਹ ਅਰਦਾਸ ਸਾਰੇ ਕਰਦੇ ਆ ਕਿ ਮਹਾਰਾਜ ਮੈਨੂੰ ਪੁੱਤਰ ਦੇਈਂ। ਇਹ ਕੋਈ ਨਹੀਂ ਕਹਿੰਦਾ ਕਿ ਬਾਬਾ ਅਜੀਤ ਸਿੰਘ ਮੇਰੇ ਘਰ ਜੰਪੇ, ਬਾਬਾ ਜੁਝਾਰ ਸਿੰਘ ਮੇਰੇ ਘਰ ਜੰਪੇ, ਭਾਈ ਤਾਰੂ ਸਿੰਘ ਮੇਰੇ ਘਰ, ਭਗਤ ਸਿੰਘ ਮੇਰੇ ਘਰ। ਨਹੀਂ ਕਹਿੰਦੇ ਗਵਾਂਢੀਆਂ ਵੱਲ ਚੱਲ ਜੇ, ਮੇਰੇ ਘਰ ਨਾ ਆਵੇ। ਉਹਦਿਆਂ ਪੁੱਤਾਂ ਦਾ ਧੰਨਵਾਦ ਕਰਦੇ ਤੇ ਆਪਣੇ ਪੁੱਤਾਂ ਨੂੰ ਬਚਾ ਲਓ। ਮਿੱਤਰੋ, ਜੇ ਮੈਂ ਗਲਤ ਹਾਂ ਤੇ ਉੱਠ ਕੇ ਮੈਨੂੰ ਤੁਸੀਂ ਕਹਿ ਸਕਦੇ ਆ ਗਿਆਨੀ ਜੀ ਤੁਸੀਂ ਗਲਤ ਹੈ। ਆ ਜਿਹੜੀ ਟੇਬਲ ਸ਼ਰਾਬ ਤੇ ਗਾਉਣ ਵਾਲੀ ਸੀ, ਇਹ ਮੱਸੇ ਰੰਗੜੋਣਾ ਦੇ ਹਿੱਸੇ ਆਈ, ਸਾਡੇ ਨਹੀਂ ਸੀ ਆਈ। ਤੇ ਅੱਜ ਸਾਰੇ ਹੀ ਕਰਦੇ ਹੀ। ਅੰਮ੍ਰਿਤ ਛਕੇ ਵਾਲੇ ਵੀ ਕਹਿੰਦੇ ਬਾਬਾ ਜੀ ਹੁਣ ਕੀ ਕਰੀਏ, ਭੈਣ ਭਰਾ ਗੁੱਸੇ ਹੁੰਦੇ ਤੇ ਗੁਰੂ ਗੁੱਸੇ ਹੁੰਦਾ ਤੇ ਹੋ ਜੇ। ਗੁਰੂ ਨੂੰ ਤੇ ਆਪਾਂ ਬਸ 2 ਦਿਨ ਯਾਦ ਕਰਨਾ, 13 ਪੋਹ ਤੇ 8 ਨੂੰ ਮੁੜ ਕੇ ਤੇ ਭੁੱਲ ਜਾਣਾ। ਸਾਰਾ ਸਾਲ ਰੱਜ ਕੇ ਆਨੰਦ ਲੈਣੇ, ਬਸ 2 ਦਿਨ ਆਪਾਂ ਰੋ ਕੇ ਚੁੱਪ ਕਰ ਜਾਣਾ। ਤੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਕੁਝ ਕਹਿ ਕੇ ਗਏ, ਜੇ ਕਿਤੇ ਲਾਗੂ ਹੋ ਜੇ ਨਾ 25-25 ਲੱਖ ਰੁਪਈਆ ਬਚ ਜੇ ਸਾਡਾ, ਸਾਡੀ ਸਿੱਖੀ ਬਚ ਜੇ। ਇੱਕ ਤੁਹਾਡਾ ਬੱਚਾ ਹੁੰਦੇ ਨਾਤੇ ਤਰਲਾ ਮਾਰਦਾ ਹੈ ਵੀ ਇਸ ਗੰਦਗੀ 'ਚ ਕੱਖ ਨਹੀਂ ਰੱਖਿਆ। ਜੇ ਕਿਤੇ ਅਸੀਂ ਸਾਥ ਦਈਏ, ਪ੍ਰਚਾਰਕਾਂ ਕੱਲਿਆਂ ਨੇ ਕੀ ਕਰਨਾ? ਪ੍ਰਚਾਰਕਾਂ ਨੂੰ ਤੇ ਲੋਕੀ ਛਿੱਤਰ ਮਾਰਨ ਦੇ ਜੁੱਤੀਆਂ।
ਕੋਈ ਬੁਲਾਉਂਦਾ ਨਹੀਂ, ਅਗਲੇ ਗੱਲ ਉੱਥੋਂ ਕਰਦੇ ਜਿੱਥੋਂ ਨਹੀਂ ਕਰਨੀ। ਇਹ ਤੁਸੀਂ ਸਾਥ ਦੇਣਾ ਹੈ। ਜਦੋਂ ਵਿਆਹ ਕਰਦੇ ਹੁੰਦੇ ਨਾ, ਉੱਥੇ ਕਹਿ ਦਿਆ ਕਰੋ ਵੀ ਮੈਂ ਬੌਲੀ ਸਾਹਿਬ ਕਥਾ ਸੁਣੀ ਸੀ, ਮੈਂ ਭਾਈ ਸਾਹਿਬ ਦੇ ਬਚਨ ਸੁਣੇ ਸੀ, ਤੇ ਆਪਾਂ ਇਦਾਂ ਨਹੀਂ ਕਰਨਾ। ਉੱਥੇ ਤੁਹਾਡਾ ਪੇਪਰ ਪਾਸ, ਉੱਥੇ ਫੇਲ ਹੋ ਜਾਂਦੇ, ਉੱਥੇ ਨਾਲ ਬਹਿ ਜਾਂਦੇ ਕੁਰਸੀ ਤੇ, ਉੱਥੇ ਬੋਲਿਆ ਕਰੋ ਨਾ। ਪਰ ਕਹਿੰਦੇ ਨਹੀਂ ਜੀ, ਆਪਾਂ ਕਾਹਤੋਂ ਬੁਰੇ ਬਣਨਾ, ਚੁੱਪ ਕੀਤੇ ਰਹੋ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਾਂ ਨੂੰ ਲੀਰਾਂ ਕਰ ਦਿੱਤਾ ਸੀ ਤੀਰ ਮਾਰ ਕੇ। ਪਿਓ ਸੀ ਨਾ ਉਹ ਵੀ। ਅੱਜ ਮਹਾਰਾਜ ਸਾਹਿਬ ਆਪਣਾ ਸਾਰਾ ਕੁਝ ਦੇ ਕੇ ਗੜੀ ਚੋਂ ਬਾਹਰ ਹੋ ਰਹੇ ਆ। ਮੀਂਹ ਪਿਆ ਅੱਜ ਤੇ ਮੇਰਾ ਅੰਦਰ ਕਿਹਾ ਪ੍ਰਤੱਖ ਗੁਰੂ ਵਰਤਿਆ ਅੱਜ। ਉਦਣ ਵੀ ਮਹਾਰਾਜ ਬਾਹਰ ਸਿੰਘ ਵਿਦਾ ਕਰਨ ਆਏ ਆ। ਮੈਂ ਕਿਹੜੇ ਵਹਿਣ ਚ ਬਹਿ ਗਿਆ, ਮਾਫ ਕਰਿਓ, ਦੁੱਖ ਆ ਜਾਂਦਾ। ਕਿਉਂਕਿ ਵਿਦਵਾਨਾਂ ਦੇ ਸਿਰ ਗੰਜੇ ਹੋ ਗਏ ਬੋਲ ਕੇ। ਕੋਈ ਫਰਕ ਨਹੀਂ ਪੈ ਰਿਹਾ ਦੁਨੀਆ ਨੂੰ। ਤੁਸੀਂ ਹੱਥ ਖੜਾ ਕਰਕੇ ਦੱਸ ਦਿਓ ਵੀ ਤੁਹਾਡੇ ਪਿੰਡ 'ਚ ਕਿਸੇ ਨੇ ਵਿਆਹ ਕੀਤਾ ਹੋਵੇ ਤੇ ਉਹਦੇ ਵਿੱਚ ਗੱਤਕੇ ਵਾਲੇ ਬੱਚੇ ਢਾਡੀ ਸਿੰਘ ਲਾਏ ਹੋਣ, ਡੀਜਾ ਨਾ ਲਾਇਆ ਹੋਵੇ ਗਾਉਣ ਵਾਲੀ। ਇੱਕ ਬੰਦਾ ਹੀ ਹੱਥ ਖੜਾ ਕਰ ਦਿਓ, ਮੈਂ ਇੱਥੇ ਮਾਫੀ ਮੰਗੋ। ਕਾਹਦੇ ਦਿਹਾੜੇ ਮਨਾਉਂਦੇ ਅਸੀਂ, ਕੀ ਸਮਾਗਮ ਕਰਾਉਂਦੇ? ਗੁਰੂ ਦੀ ਗੱਲ ਤਾਂ ਮੰਨਦਾ ਕੋਈ ਨਹੀਂ। ਮਹਾਰਾਜ ਦਾ ਸੁਖਮਨੀ ਸਾਹਿਬ ਦਾ ਪਾਠ ਨਹੀਂ ਕੋਈ ਕਰਾਉਂਦਾ। ਕਹਿੰਦੇ ਜੀ ਸ਼ਰਾਬ ਅੰਦਰ ਪਈ ਹੈ ਬਾਬਾ ਜੀ, ਬਾਅਦ 'ਚ ਕਰਾ ਲਾਂਗੇ ਫਰੀ ਹੋ ਕੇ। ਕੀ ਹਾਲਾਤ ਮੇਰੀ ਕੌਮ ਦੇ, ਥੋੜੇ ਕੁ ਚਿਰ ਦੇ ਵਿੱਚ ਬੇੜਾ ਡੁੱਬਿਆ। ਲੈ ਆਖੋ ਸਤਨਾਮ। ਤੋ ਇਸ ਕਰਕੇ ਸਾਧ ਸੰਗਤ ਜੀ, ਦੁੱਖ ਆਉਂਦਾ ਹੈ ਕਿ ਮੈਂ ਆਪਣੇ ਪਿਓ ਦੇ ਪੈਰੀਂ ਹੱਥ ਵੀ ਲਾਵਾਂ, ਸਵੇਰੇ ਪੈਰੀਂ ਹੱਥ ਲਾਵਾਂ ਪਿਓ ਦੇ, ਤੇ ਸ਼ਾਮਾਂ ਨੂੰ ਆਪਦੇ ਪਿਓ ਦੇ ਚਪੇੜ ਮਾਰਦਾ। ਇਹੀ ਹੈ ਫਿਰ ਵੀ ਸਵੇਰੇ ਸਵੇਰੇ ਮੈਂ ਪੈਰੀਂ ਹੱਥ ਲਾਉਣਾ ਆਪਦੇ ਪਿਤਾ ਜੀ ਦੇ, ਬਾਪੂ ਜੀ ਤੁਸੀਂ ਮੇਰੇ ਪਿਓ, ਤੇ ਜਦੋਂ ਸ਼ਾਮਾਂ ਪੈਣ ਤੇ ਮੈਂ ਉਹਦੀ ਪੱਗ ਵੀ ਲਾ ਦਾਂ ਤੇ ਚਪੇੜਾ ਮੂੰਹ ਤੇ ਮਾਰ ਦਿਆਂ। ਉਹ ਕਾਹਦਾ ਸਤਿਕਾਰ ਹੈ? ਅਸੀਂ ਅੱਜ ਇੱਦਾਂ ਕਰ ਰਹੇ ਹਾਂ। ਧਰਮੀ ਵੀ ਬਣਨਾ ਚਾਹੁੰਦੇ ਆ ਤੇ ਕੁਕਰਮ ਵੀ ਨਹੀਂ ਛੱਡਣਾ ਚਾਹੁੰਦੇ। ਆਖੋ ਸਤਨਾਮ। ਇਹ ਦੋ ਬੇੜੀਆਂ 'ਚ ਲੱਤ ਨਹੀਂ ਰੱਖੀ ਜਾਣੀ। ਮਹਾਰਾਜ ਨੇ ਆਪ ਸ਼ੇਰ ਬੋਲਿਆ ਸੀ, ਪਤਾ ਕੀ ਸੀ? ਮਹਾਰਾਜ ਕਹਿੰਦੇ ਦੋਹਾਂ ਬੇੜੀਆਂ 'ਚ ਪੈਰ ਨਹੀਂ ਸੀ ਰੱਖ ਸਕਦਾ, ਜਾਂ ਉਰਾਰ ਰਹਿੰਦਾ ਜਾਂ ਮੈਂ ਪਾਰ ਹੁੰਦਾ। ਇੱਕੋ ਚੀਜ਼ ਹੀ ਸਜਣਾ ਰੱਖਣੀ ਸੀ, ਜਾਂ ਫਿਰ ਕੌਮ ਰਹਿੰਦੀ ਜਾਂ ਪੁੱਤਾਂ ਦਾ ਪਿਆਰ ਰਹਿੰਦਾ। ਮਹਾਰਾਜ ਕਹਿੰਦੇ ਹੁਣ ਮੇਰੇ ਕੋਲ ਦੋ ਬੇੜੀਆਂ, ਇੱਕ 'ਚ ਪੁੱਤ ਬੈਠੇ ਐ, ਮਾਂ ਬੈਠੀ, ਪਿਓ ਘਰ ਵਾਲੀਆਂ, ਤੇ ਇੱਕ 'ਚ ਮੇਰੀ ਕੌਮ ਬੈਠੀ ਹੈ। ਤੇ ਦੋ ਬੇੜੀਆਂ 'ਚੋਂ ਕਿਹੜੀ ਬੇੜੀ ਨੂੰ ਚੁਣਾ? ਮਹਾਰਾਜ ਸਾਹਿਬ ਨੇ ਉਹ ਬੇੜੀ ਚੁਣੀ ਜਿਹਦੇ 'ਚ ਕੌਮ ਬੈਠੀ ਸੀ। ਉਹ ਬੇੜੀ ਦੇ ਮਲਾਹ ਬਣ ਗਏ, ਤੇ ਜਿਹਦੇ 'ਚ ਪਰਿਵਾਰ ਬੈਠਾ ਸੀ ਉਹਨੂੰ ਉਦਾਂ ਹੀ ਛੱਡਤਾ ਪਾਣੀ ਵਿੱਚ। ਤੇ ਉਹ ਫਿਰ ਆਪਾਂ ਨੂੰ ਪਤਾ, ਜਿਨ੍ਹਾਂ ਬੇੜੀਆਂ ਦੇ ਮਲਾਹ ਨਾ ਹੋਣ ਉਹ ਬੇੜੀਆਂ ਕੀ ਕਿੱਧਰ ਨੂੰ ਜਾਂਦੀਆਂ ਏ। ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਨੂੰ ਲੱਤਾਂ ਤੋਂ ਫੜ ਕੇ ਸੁੱਟਿਆ ਸੀ। ਮਾਂ ਨੂੰ ਵੀ ਘੜੀਸ ਕੇ ਸੰਗਤੇ। ਪਿਤਾ ਜੀ ਦਾ ਧੜ ਦਿੱਲੀ ਦੇ ਚੌਂਕ ਵਿੱਚ, ਉਹ ਤਾਂ ਮਹਾਰਾਜ ਦੀ ਖੇਡ ਸੀ, ਸੇਵਾ ਕਰਨ ਵਾਲੇ ਉੱਥੇ ਪਹੁੰਚ ਗਏ। 78,000 ਮੋਹਰ ਵਿਛਾਤੀ, ਪਰ ਉਹਨਾਂ ਨੇ ਤਾਂ ਇੱਕ ਵਾਰੀ ਲਵਾਰਸ ਕਰਤਾ ਸੀ ਨਾ। ਅੱਜ ਗਰੀਬ ਤੋਂ ਗਰੀਬ ਬੰਦਾ ਵੀ ਮਰੇ ਤੇ ਮੜੀਆਂ ਨੂੰ ਉਹਦੇ ਮਗਰ ਵੀ 25-30 ਜਾਣੇ ਜਾਂਦੇ ਆ। ਆਪਾਂ ਵੀ ਇੱਕ ਦਿਨ ਮਰਨਾ, ਫੱਟੇ ਤੇ ਪੈਣਾ, ਆਪਣੇ ਮਗਰ ਵੀ ਕੋਈ 20-25 ਘਰ ਦੇ ਆਉਣਗੇ। ਪਰ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਦੀਆਂ ਸਰੀਰਾਂ ਦਾ ਸੰਸਕਾਰ, ਬੀਬੀ ਹਰਸ਼ਰਨ ਕੌਰ ਭੈਣੋ ਪੜ੍ਹਿਓ ਇਹਦੇ ਬਾਰੇ। ਇਹ ਉਹ ਧੀ ਹੈ ਜਿਹਨੇ ਰਾਤ ਦੇ 12 ਵਜੇ ਆ ਜਿਹੜੇ ਸਿੰਘ ਕੱਲ ਸ਼ਹੀਦ ਹੋਏ ਨਾ, ਅੱਜ ਸੰਗਤ ਸਿੰਘ ਨੇ ਸ਼ਹੀਦ ਹੋਣਾ, ਤੇ ਇਹ 40 ਸਿੰਘਾਂ ਦਾ ਸੰਸਕਾਰ ਉਸ ਬੀਬੀ ਨੇ ਕੀਤਾ। ਕਿੱਦਾਂ ਜਿਗਰਾ ਹੋਊ ਉਸ ਬੀਬੀ ਦਾ। ਅੱਜ ਅਸੀਂ ਗੁਰੂ ਦੀ ਗੱਲ ਨਹੀਂ ਕਿਸੇ ਨੂੰ ਸੱਚੀ ਦੱਸ ਸਕਦੇ, ਵੀ ਕਿਸੇ ਨੇ ਗੁੱਸਾ ਕਰ ਲੈਣਾ। ਉਹ ਜਵਾਨ ਸੀ, ਰਾਤ ਦੇ 12 ਵਜੇ ਘਰੋਂ ਨਿਕਲੀ, ਤੇ ਮਾਂ ਕਹਿੰਦੀ ਪੁੱਤ ਤੂੰ ਜਵਾਨ ਕਿੱਧਰ ਚੱਲੀ ਐ? ਕਹਿੰਦੀ ਮਾਂ ਮੈਂ ਸੁਣਿਆ ਘਮਸਾਨ ਦਾ ਯੁੱਧ ਹੋਇਆ, ਗੁਰੂ ਗੋਬਿੰਦ ਸਿੰਘ ਤੇ ਚਲੇ ਗਏ, ਪਰ ਉਹਦੇ ਲਾਲਾਂ ਦੇ ਸਰੀਰ ਉੱਥੇ ਪਏ, ਤੇ ਉਹਨਾਂ ਨੂੰ ਚਿੜੀਆਂ ਕਾਂ ਖਾਣਗੇ, ਤੇ ਉਹਨਾਂ ਦੀ ਨਰਾਦਰੀ ਹੈ। ਇਤਿਹਾਸ ਪੜ੍ਹਿਓ, ਬੀਬੀ ਹਰਸ਼ਰਨ ਕੌਰ। ਰਾਤ ਦੇ 12 ਵਜੇ ਲਾਸ਼ ਪਈ ਹੋਵੇ 9 ਲੱਖ ਬੰਦੇ ਦੀ, ਤੇ ਉਦਾਂ ਹੀ ਡਰ ਆਉਂਦਾ। ਮੜੀਆਂ ਦੇ ਵਿੱਚੋਂ ਨਹੀਂ ਕੋਈ ਲੰਘਦਾ ਰਾਤ ਦੇ 12 ਵਜੇ। ਤੇ ਜਿੱਥੇ ਚਾਰੇ ਪਾਸੇ ਲਾਸ਼ਾਂ ਸੀ, ਉਹਦੇ ਅੰਦਰ ਕਿੰਨਾ ਕੁ ਦਰਦ ਜਾਗਿਆ। ਉਹਨੇ ਇੰਨੀਆਂ ਲਾਸ਼ਾਂ ਦੇ ਵਿੱਚੋਂ ਸਾਹਿਬਜ਼ਾਦਿਆਂ ਦੇ ਸਰੀਰ ਲੱਭੇ, ਫਿਰ ਉਹਨਾਂ ਪਿਆਰਿਆਂ ਦੇ ਸਰੀਰ ਲੱਭੇ। ਕਿੱਡੀ ਜਵਾਨ ਹੋਊਗੀ, ਕਿੰਨੀ ਜ਼ੁਰਤ ਵਾਲੀ ਹੋਊਗੀ, ਕਿ ਸਿੰਘ ਵੀ ਚੰਗੇ ਜਵਾਨ ਸੀ, ਇੱਕ ਹੈ ਇਕੱਲੀ ਸੀ, ਉਹਨਾਂ ਦੇ ਸਰੀਰਾਂ ਨੂੰ ਚੁੱਕਣਾ ਕਿਹੜਾ ਸੌਖਾ।
4 ਬੰਦੇ ਮੈਂ ਵੀ ਮੋਢਾ 1-2 ਵਾਰੀ ਲਾ ਕੇ ਸੇਵਾ ਕੀਤੀ ਮੁਰਦੇ ਦੀ, ਤੇ ਆਹ ਮੋਢੇ ਦੇ ਉੱਤੇ ਨਾ ਐਨ 4 ਕਦਮ ਤੁਰ ਕੇ ਫਿਰ ਦੂਜਾ ਵੀਰ ਆ ਕੇ ਮੋਢਾ ਲਾਉਂਦਾ ਵੀ ਸਾਹ ਦਵਾਓ ਵੀ। ਮੁਰਦੇ ਨੂੰ 4 ਜਣੇ ਚੁੱਕਦੇ ਆ ਤੇ ਤਾਂ ਵੀ ਮੜੀਆਂ ਤੱਕ 5 ਬੰਦੇ ਚੇਂਜ ਹੁੰਦੇ ਆ। ਤੇ ਮੇਰੇ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਉਸ ਕੱਲੀ ਭੈਣ ਨੇ ਇੱਕ ਜ਼ਖਮੀ ਹੋਇਆਂ ਦੀ ਹਾਲਤ ਹੋਰ, ਕਿਉਂਕਿ ਜਿਹੜੇ ਤੀਰ ਵੱਜੇ ਸੀ ਪਹਿਲਾਂ ਤੀਰ ਪੁੱਟੇ, ਕਿੰਨਾ ਤਕੜਾ ਮਹਾਰਾਜ ਨੇ ਸਿਰ ਤੇ ਹੱਥ ਰੱਖਿਆ ਉਸ ਧੀ ਦੇ। ਉਹਦਾ ਜ਼ਿਕਰ ਮੈਂ ਅੱਗੇ ਜਾ ਕੇ ਕਰੂੰ, ਅੱਜ ਨਹੀਂ ਕਰ ਸਕਦਾ। ਆਖੋ ਸਤਨਾਮ। ਕਿਉਂਕਿ ਅੱਜ ਸੰਗਤ ਸਿੰਘ ਜੀ ਦੀ ਸ਼ਹੀਦੀ ਤੇ ਮਾਛੀਵਾੜਾ, ਇੱਧਰ ਬਾਬਾ ਫਰੀਦ ਸਾਹਿਬ ਦੇ ਵੀ ਦਰਸ਼ਨ ਕਰਨੇ ਹੈ। ਸਮਾਂ ਆਪਣੀ ਰਫਤਾਰ ਨਾਲ ਚੱਲ ਗਿਆ ਹੈ। ਸੋ ਸ਼ਾਮਾਂ ਦੇ ਦੀਵਾਨ ਦੇ ਵਿੱਚ ਜਿਨ੍ਹਾਂ ਨੇ ਗੁਰ ਇਤਿਹਾਸ ਸੁਣਨਾ ਹੈ, ਤਾਂ ਸਿਰਫ ਜਿਹੜੀਆਂ ਸੰਗਤਾਂ ਨਹੀਂ ਆ ਸਕਦੀਆਂ ਉਹਨਾਂ ਨੂੰ ਮੈਂ ਮੂਲ ਆਪ ਜੀ ਦੇ ਸਾਹਮਣੇ ਰੱਖਿਆ ਹੈ। ਤੇ ਬਾਕੀ ਗੁਰ ਇਤਿਹਾਸ ਸ਼ਾਮਾਂ ਦੇ ਦੀਵਾਨ 'ਚ ਚੱਲੇਗਾ। ਕਿੱਦਾਂ ਮਾਰੇ ਗੜੀ ਨੂੰ ਛੱਡੇ ਤੇ ਕਿੱਦਾਂ ਨਿਕਲੇ ਹਨ। ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਵਾਜ ਸਬਰੈ ਢੋਈ ਨਾਲ ਹੈ, ਤਈਐ ਨਹੀਂ ਥਾਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਦਾਂ ਇੱਕ ਇਸਤਰੀ ਪੇਕਿਆਂ ਦੇ ਘਰ ਜੰਮਦੀ ਹੈ, ਫਿਰ ਵਿਚਾਰੀ ਉੱਥੇ ਕੰਮ ਕਰਦੀ ਹੈ, ਬੜਾ ਕੁਝ ਬਣਾਉਂਦੀ ਹੈ, ਤੇ ਫਿਰ ਉਹਦਾ ਰਿਸ਼ਤਾ ਹੁੰਦਾ, ਫਿਰ ਉਹਨੂੰ ਸਹੁਰੇ ਘਰ ਭੇਜ ਦਿੱਤਾ ਜਾਂਦਾ। ਕਹਿੰਦੇ ਉਹਦੀ ਫਿਰ ਕਿਸਮਤ ਇੱਦਾਂ ਦੀ ਹੁੰਦੀ ਹੈ ਵੀ ਉਹਦੇ ਕੋਲੋਂ ਬੰਦਗੀ ਨਹੀਂ ਹੁੰਦੀ, ਤੇ ਪੇਕਿਆਂ ਨੇ ਵੀ ਤੋਰਤਾ ਤੇ ਗਾੜੀ ਸਹੁਰੇ ਵੀ ਉਹੋ ਜਿਹੇ ਮਿਲ ਗਏ। ਉਹਨਾਂ ਨੇ ਵੀ ਤੀਜੇ ਦਿਨ ਕਹਿੰਦੇ ਜਾ ਚੱਲ ਜਾ ਉਹਦੇ ਘਰੇ, ਅਸੀਂ ਨਹੀਂ ਰੱਖਣਾ। ਇਹਦੀ ਉਦਾਹਰਨ ਬਾਬੇ ਫਰੀਦ ਨੇ ਦੇ ਕੇ ਬਹੁਤ ਵੱਡੀ ਗੱਲ ਕੀਤੀ। ਸਹੁਰੇ ਢੋਈ ਨਾ ਲਹੇ, ਪਈਐ ਨਾਹੀ ਥਾਓ। ਕਹਿੰਦੇ ਉਹ ਵਿਚਾਰੀ ਰਸਤੇ 'ਚ ਵੇਂਦੀ ਵੀ ਜੇ ਮੈਂ ਘਰੇ ਜਾਨੀ ਆ, ਮਾਂ ਮਰੇ ਤੇ ਪੇਕੇ ਮੁੱਕ ਜਾਂਦੇ। ਤੇ ਕਹਿੰਦੇ ਭਾਬੀਆਂ ਵੀਰੇ ਕਹਿੰਦੇ ਵੀ ਭੈਣੇ ਧੀ ਦੀ ਡੋਲੀ ਜਾਂਦੀ ਹੈ ਤੇ ਅਰਥੀ ਆਉਂਦੀ ਆ, ਤੇ ਜਾ ਆਪਦੇ ਘਰੇ। ਅਸੀਂ ਹੁਣ ਕੀ ਕਰ ਸਕਦੇ ਹਾਂ, ਜੋ ਬਾਪੂ ਬੇਬੇ ਕਰ ਗਿਆ, ਹੁਣ ਅਸੀਂ ਆਪਦੇ ਘਰਾਂ ਵਾਲੇ ਹਾਂ, ਕਿਉਂਕਿ ਮੈਂ ਵੀ ਗ੍ਰਸਤੀ ਹਾਂ। ਤੇ ਆਖੀਦਾ ਭੈਣੇ ਹੁਣ 10 ਦਿਨ ਹੋ ਗਏ ਤੈਨੂੰ ਬੈਠੀ ਨੂੰ, ਤੇ ਉੱਥੇ ਹੀ ਜਾਣਾ ਪੈਣਾ, ਚੱਲ ਜਾ। ਤੇ ਉਹ ਵਿਚਾਰੀ ਝੋਲਾ ਚੁੱਕ ਕੇ ਆਪਦਾ ਉਧਰ ਨੂੰ ਜਾਂਦੀ ਹੈ, ਤੇ ਗਾੜੀ ਜਿਹੜੇ ਉਦਾਂ ਦੇ ਉਹ ਗਾੜੀ ਵੱਢਣ ਵਾਲੇ ਆ, ਉਹ ਜਾਂਦੀ ਨੂੰ ਫੇਰ ਥੱਪੜ ਪੈਂਦਾ। ਉਸ ਅਵਸਥਾ ਦੇ ਵਿੱਚੋਂ ਬਾਬਾ ਫਰੀਦ ਸਾਹਿਬ ਜੀ ਨੇ ਜ਼ਿਕਰ ਕੀਤਾ ਵੀ ਜਿਹੜੀ ਰੂਹ ਗੁਰਦੁਆਰੇ ਨਹੀਂ ਆਉਂਦੀ, ਨਿਤਨੇਮ ਨਹੀਂ ਕਰਦੀ, ਗੁਰੂ ਤੋਂ ਡਰਦੀ ਨਹੀਂ ਹੈ, ਮਾੜੇ ਕੰਮ ਕਰਦੀ ਹੈ, ਤੇ ਉਹਨੂੰ ਫਿਰ ਦੁਨੀਆ ਦੇ ਵਿੱਚ ਵੀ ਧੱਕੇ ਤੇ ਮਰਨ ਤੋਂ ਬਾਅਦ ਵੀ। ਮਹਾਰਾਜ ਸ਼ੁਕਰ ਹੈ ਤੇਰਾ, ਮੈਂ ਇੰਨੇ ਜਜ਼ਬਾਤ ਵਿੱਚ ਬੋਲ ਗਿਆ ਕਿੰਨਾ ਕੁਝ, ਪਰ ਬਾਬੇ ਫਰੀਦ ਨੇ ਮੇਰੇ ਸਿਰ ਤੇ ਹੱਥ ਰੱਖਤਾ। ਕਹਿੰਦੇ ਕੋਈ ਨਹੀਂ ਪੁੱਤਰੋ, ਜਿਹੜੇ ਅੱਜ ਨਜ਼ਾਰੇ ਲੈਂਦੇ ਨਾ, ਕਹਿੰਦੇ ਖਾਓ ਪੀਓ ਐਸ਼ ਕਰੋ, ਬਾਬੇ ਤੇ ਲੱਗੇ ਰਹਿੰਦੇ ਆ। ਸੁਣ ਲਓ ਹੁਣ ਬਾਬਾ ਫਰੀਦ ਸਾਹਿਬ ਕਹਿੰਦੇ ਫਿਰ ਜਿੱਦਾਂ ਔਰਤ ਪੇਕੇ ਆਉਂਦੀ ਤੇ ਇੱਥੋਂ ਵੀ ਧੱਕੇ, ਤੇ ਸਹੁਰੇ ਜਾਂਦੀ ਤੇ ਉੱਥੋਂ ਵੀ ਏਦਾਂ। ਜਿੱਦਣ ਤੂੰ ਅੱਖਾਂ ਮੀਟੀਆਂ ਤੇ ਇਹ ਪਿੰਡ ਵਾਲਿਆਂ ਨੇ ਧੱਕਾ ਦੇ ਆਉਣਾ, ਸਾਰੇ ਪਿੰਡ ਨੇ ਜਾ ਕੇ ਸੁੱਟ ਆਉਣਾ ਮੜੀਆਂ 'ਚ, ਉੱਥੇ ਸਰੀਰ ਲੂਸ ਜਾਣਾ ਤੇ ਰੂਹ ਨੇ ਅੱਗੇ ਜਾਣਾ, ਤੇ ਅਗਲੇ ਪਾਸੇ ਫਿਰ ਮਾਰੇ ਕਹਿੰਦੇ ਆ ਜਾ, ਆ ਜੀ ਆਇਆਂ ਨੂੰ ਕਹੀਏ ਤੈਨੂੰ ਬੜਾ ਸਮਝਾਇਆ ਸੀ ਸਪੀਕਰ 'ਚ ਗੁਰੂ ਦੇ ਪਿਆਰਿਆਂ ਨੇ, ਭਈ ਪ੍ਰਾਪਤ ਮਨੁੱਖ ਦੇਵਰੀਆ ਗੋਬਿੰਦ ਮਿਲਣ ਕੀ, ਪਰ ਤੂੰ ਅੱਗੋਂ ਉਹਨਾਂ ਨੂੰ ਵੀ ਮਾੜਾ ਕਹਿੰਦਾ ਸੀ। ਤੈਨੂੰ ਜਦੋਂ ਕੋਈ ਮੱਤ ਦਿੰਦਾ ਸੀ ਤੇ ਤੂੰ ਕਹਿੰਦਾ ਸੀ ਹਾਂ ਇਹ ਵੱਡੇ ਸਿਆਣੇ ਆਏ ਐ, ਤੇ ਹੁਣ ਕਹਿੰਦੇ ਰੂਹ ਫਸ ਗਈ ਕਸੂਤੀ। ਬਾਣੀ ਹਵਾਲਾ ਦੇਣ ਦੀ ਹੈ ਨਾ, ਫਿਰ ਉੱਥੇ ਕੀ ਕਹਿੰਦੇ ਆ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ। ਅਲਫ ਨੰਗਾ ਹੋਣਾ ਆਪਾਂ ਉੱਥੇ ਦਰਗਾਹ 'ਚ, ਕੋਈ ਕੱਪੜਾ ਨਹੀਂ, ਰੂਹ ਤੇ ਨੰਗੀ ਹੋਣੀ ਹੈ। ਕਹਿੰਦੇ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ, ਡਰਾਵਣਾ ਕਰ ਅਵਗਣ ਪਛੋਤਾਵਾ। ਉੱਥੇ ਤਰੇਲੀਆਂ ਪੈਣੀਆਂ, ਫਿਰ ਚੇਤਾ ਹੋਣਾ ਵੀ ਕਥਾ ਸੁਣੀ ਸੀ ਜੇ ਮੰਨ ਲੈਂਦੇ। ਹੁਣ ਇੱਥੇ ਇੰਨਾ ਚਿਰ ਹੀ ਅਸਰ ਰਹਿੰਦਾ ਨਾ, ਅੰਦਰ ਬੈਠੇ ਆ ਤੇ ਸਾਰਿਆਂ ਦੇ ਚਿਹਰੇ ਜਗਦੇ। ਜਦੋਂ ਜਾ ਕੇ ਜੋੜਾ ਪਾ ਲਿਆ ਤੇ ਬਸ 2 ਘੰਟੇ ਬਾਅਦ ਕੋਈ ਮਿਲ ਪਿਆ ਨਾ, ਆ ਜਾ ਪਾਰਟੀ ਤੇ ਚੱਲੀਏ, ਉੱਥੇ ਜਾ ਕੇ ਇੱਕ ਵਾਰ ਚੇਤਾ ਹੋਣਾ ਭਾਈ ਸਾਹਿਬ ਨੇ ਕਥਾ। ਉਹ ਨਾਲ ਦੇ ਨੇ ਕਹਿਣਾ ਕੀ ਹੋਇਆ ਜੀ, ਕਹਿੰਦਾ ਕੁਛ ਨਹੀਂ, ਉਹ ਬਾਬਾ ਜੀ ਇੱਦਾਂ। ਉਹ ਛੱਡ ਬਾਬੇ, ਇੱਥੇ 20 ਤੁਰੇ ਫਿਰਦੇ, ਤੂੰ ਲਾ ਪੈਗ। ਫੇਰ ਸ਼ੁਰੂ ਹੋ ਗਿਆ। ਇਹ ਸੱਚ ਹੈ। ਬਹੁਤ ਇੱਦਾਂ ਹੀ ਕਹਿੰਦੇ ਜੀ। ਇਸ ਕਰਕੇ ਬਾਬੇ ਕਬੀਰ ਨੇ ਕਿਹਾ ਬਾਜਾ, ਜਿਹੜੇ ਬੰਦੇ ਨੇ ਤੈਨੂੰ ਬਰਬਾਦ ਕਰਨਾ ਉਹਨੂੰ ਵੇਖ ਕੇ ਪਰੇ ਨੂੰ ਚੱਲ ਜਾ ਕਰ,
ਉਹਦੇ ਲਾਗੇ ਹੀ ਨਹੀਂ ਬਹਿਣਾ। ਤੋ ਮਹਾਰਾਜ ਬਾਬਾ ਫਰੀਦ ਸਾਹਿਬ ਕਹਿੰਦੇ ਨਾ ਤੈਨੂੰ ਪੇਕਿਆਂ ਨੇ ਰੱਖਣਾ ਤੇ ਨਾ ਸਹੁਰਿਆਂ ਨੇ, ਭਾਵ ਨਾ ਘਰ ਵਾਲਿਆਂ ਰੱਖਣਾ, ਜਦੋਂ ਮਰ ਗਿਆ ਤੇ ਇਹਨਾਂ ਸਾੜ ਦੇਣਾ, ਅਗਲੇ ਪਾਸੇ ਢੋਈ ਨਹੀਂ ਮਿਲੇਗੀ। ਫਿਰ ਵਾਤੜੀ ਨਾ ਪੁੱਛਈ, ਤਨ ਸੁਹਾਗਣ ਨਾਓ। ਕਹਿੰਦੇ ਉੱਥੇ ਫਿਰ ਤੇਰੀ ਬਾਤ ਨਹੀਂ ਪੁੱਛਣੀ, ਉੱਥੇ ਅਮਲਾਂ ਦੇ ਹੋਣੇ ਨੇ, ਕਿਸੇ ਨੇ ਤੇਰੀ ਉੱਥੇ ਨਹੀਂ ਪੁੱਛਣਾ ਕਿਸੇ ਨੇ ਵੀ ਤੂੰ MLA ਆ, ਤੂੰ ਮੁੱਖ ਮੰਤਰੀ ਆ, ਤੂੰ ਫਲਾਣਾ। ਉੱਥੇ ਤੇ ਉਹਨਾਂ ਕੜਾਇਆਂ 'ਚ ਸੁੱਟਣਾ। ਤੇ ਬਾਣੀ ਕਹਿੰਦੀ ਐ ਆਗੇ ਬਿਮਲ ਨਦੀ ਅਗਨ ਬਿਖ ਝੇਲਾ, ਤਿੱਥੇ ਅਵਰ ਨਾ ਕੋਈ ਜੀਓ ਅਕੇਲਾ। ਕਹਿੰਦੇ ਉੱਥੇ ਤੇ ਇਕੱਲਾ ਹੀ ਹੋਣਾ, ਉੱਥੇ ਤੇ ਨਹੀਂ ਨਾਲ ਗਨਮੈਨ ਜਾਣੇ। ਉੱਥੇ ਤਾਂ ਪ੍ਰੋਗਰਾਮ ਮਹਾਰਾਜ ਨੇ ਸਾਫ਼ ਹੀ ਬਾਣੀ ਬੋਲ ਰਹੀ ਹੈ ਜੀ। ਚਲੇ ਤੇ ਆਪਾਂ ਵੀ ਜਾਣਾ, ਪਤਾ ਤੇ ਘੜੀ ਦਾ ਨਹੀਂ ਵੀ ਇੱਥੇ ਸੁੱਤੇ ਰਹਿ ਜਾਣਾ ਕਿ ਕੀ ਬਣਨਾ। ਇਹਦਾ ਕਰਕੇ ਮਹਾਰਾਜ ਤੇਰੇ ਪੁੱਤ ਸ਼ਹੀਦ ਹੋ ਸਕਦੇ, ਅਸੀਂ ਤੇਰੇ ਪੁੱਤਾਂ ਦੀ ਕਥਾ ਜ਼ਰੂਰ ਸੁਣਾਵਾਂਗੇ, ਭਾਵੇਂ ਸਾਨੂੰ ਵੀ ਮਰਨਾ ਪੈ ਜੇ, ਪਰ ਸੱਚ ਨਹੀਂ ਲੁਕਾਉਣਾ। ਹਾਂਜੀ। ਸਹੁਰਾ ਪਈਐ ਕੰਤ ਕੀ, ਕੰਤ ਅਗੰਮ ਅਥਾਹ। ਕਹਿੰਦੇ ਸਹੁਰੇ ਤੇ ਪੇਕੇ ਉਸ ਔਰਤ ਨੂੰ ਇੱਜ਼ਤ ਮਿਲਦੀ ਹੈ ਜਿਹਨੂੰ ਪਤੀ ਪਿਆਰਾ ਮਿਲ ਜੇ। ਕਈ ਪਤੀ ਜਾਨ ਵਾਰਦੇ ਆਪਣੀ ਜੀਵਨ ਸਾਥੀ ਤੋਂ, ਜੋ ਕਹਿੰਦੇ ਉਹੋ ਹੀ ਕਰਦੇ, ਸਿਰ ਘੁੱਟ ਦਿੰਦੇ ਐ। ਚਾਹ ਪਾਣੀ ਇੱਕ ਮੁਹੱਬਤ ਦੀ ਅਰਥ ਕੀਤੇ ਬਾਬੇ ਫਰੀਦ ਨੇ। ਕਹਿੰਦੇ ਇਸੇ ਤਰ੍ਹਾਂ ਜਿਹੜੀਆਂ ਸੰਗਤਾਂ ਅੰਮ੍ਰਿਤ ਵੇਲੇ ਉੱਠਦੀਆਂ, ਨਿਤਨੇਮ ਕਰਦੀਆਂ, ਝਾੜੂ ਫੇਰਦੀਆਂ, ਚੌਰ ਸਾਹਿਬ ਕਰਦੇ, ਗੁਰੂ ਮਹਾਰਾਜ ਦੇ ਘਰ ਆ ਕੇ ਅੱਖਾਂ ਭਰਦੇ ਗੁਰੂ ਦਾ ਇਤਿਹਾਸ ਸੁਣ ਕੇ, ਇਹਨਾਂ ਨੂੰ ਪਿਆਰ ਹੈ ਆਪਣੇ ਪਤੀ ਨਾਲ। ਤੇ ਜਿਸ ਔਰਤ ਨੂੰ ਪਤੀ ਨਾਲ ਪਿਆਰ ਤੇ ਪਤੀ ਨੂੰ ਔਰਤ ਨਾਲ, ਤੇ ਫੁੱਲਾਂ ਵਾਂਗੂ ਰੱਖਦੇ ਐ। ਤੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਜਿਹੜਾ ਪਿਆਰ ਕਰਦਾ ਉਹਦਾ ਕੰਤ ਅਗੰਮ ਅਥਾਹ ਬਹੁਤ ਵੱਡਾ ਹੈ। ਨਾਨਕ ਸੋ ਸੁਹਾਗਣੀ, ਜੋ ਭਾਵੈ ਬੇਪਰਵਾਹ। ਕਹਿੰਦੇ ਉਹ ਰੂਹ ਦਰਗਾਹ ਦੇ ਵਿੱਚ ਸਨਮਾਨੀ ਜਾਣੀ ਹੈ ਜਿਹਨੂੰ ਪ੍ਰਮਾਤਮਾ ਨੇ ਖੁਸ਼ ਕੀਤਾ। ਭਾਵ ਜਿਹੜੀ ਔਰਤ ਆਪਣੇ ਪਤੀ ਨੂੰ ਹਮੇਸ਼ਾ ਖੁਸ਼ ਵੇਖੇ, ਉਹਦੀ ਹਰ ਖੁਆਇਸ਼ ਪੂਰੀ ਕਰੇ, ਤੇ ਫਿਰ ਉਹ ਵੀ ਦੁੱਗਣਾ ਪਿਆਰ। ਇਹ ਉਦਾਹਰਨਾਂ ਬਾਬਾ ਜੀ ਨੇ ਬਾਹਰੋਂ ਲਈਆਂ ਤੇ ਗੱਲ ਅੰਦਰੂਨੀ ਕੀਤੀ, ਸੌਖੀ ਸਮਝ ਆ ਜੇ, ਆਪਾਂ ਗ੍ਰਸਤੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਫਿਰ ਭਾ ਜਾਂਦੀ ਹੈ ਔਰਤ, ਉਹ ਤਾਂ ਭਾਵੇਂ 20 ਲੱਖ ਦੀ ਸ਼ਾਪਿੰਗ ਕਰ ਲੇ ਨਾ, ਕਰਾ ਦਿੰਦੇ ਆ। ਤੇ ਜਿੰਨੇ 24 ਘੰਟੇ ਕਲੇ ਰੱਖਣੀ ਹੈ, ਤੇ ਫਿਰ ਉਹ ਪਤੀ ਨੇ ਵੀ ਕਹਿਣਾ ਹੈ, ਜੇ ਚੀਜ਼ ਲੈਣ ਵੀ ਲੱਗਾ ਹੋਵੇ ਨਾ ਬੰਦਾ, ਫਿਰ ਬੰਦਾ ਕਹਿੰਦਾ ਰਹਿਣ ਦੇ, ਆਪ ਇੰਨੀ ਚਾਅ ਨਾ ਲੈਣੀ, ਪਤਾ ਨਹੀਂ ਜਾਂਦਿਆਂ ਕਲੇ ਪੈ ਜਾਣੀ, ਇਦੋਂ ਚੰਗਾ ਉੱਦਾਂ ਹੀ ਚੱਲਦੇ ਆ। ਤੋ ਇਸ ਕਰਕੇ ਕਹਿੰਦੇ ਜਿੰਨਾ ਸੰਗਤਾਂ ਕੋ ਬੰਦਗੀ ਸੇਵਾ ਸਿਮਰਨਾ, ਜਿੰਨਾ ਛਾਤੀ 'ਚ 360 ਤੀਰ ਖਾਧੇ ਐ, ਬਾਹਾਂ ਲੱਤਾਂ ਕੱਟੀਆਂ ਗਈਆਂ, ਕਿਉਂ ਨਾ ਮਾਣ ਕਰੂਗਾ ਸਤਿਗੁਰੂ, ਕਿਉਂ ਨਾ ਦਰਗਾਹ ਦੇ ਵਿੱਚ ਮਾਣ ਮਿਲੇਗਾ। ਨਾਤੀ ਧੋਤੀ ਸੰਭਹੀ, ਸੁਤੀ ਆਏ ਨਚੰਦ। ਇੱਥੇ ਕਹਿੰਦੇ ਵੀ ਜੇ ਔਰਤ ਨਹਾ ਧੋ ਕੇ ਐਨ ਆਪਣਾ ਸਰੀਰ ਤਿਆਰ ਹੋ ਕੇ, ਸੋਹਣੀਆਂ ਖੁਸ਼ਬੂਆਂ ਲਾ ਕਰਕੇ, ਤੇ ਆਪਣੇ ਆਸਨ ਤੇ ਪਤੀ ਨੂੰ ਉਡੀਕਣ ਦੀ ਬਜਾਏ ਸੁੱਤੀ ਆਏ ਨਚਿੰਦ, ਕਹਿੰਦੇ ਬਿਲਕੁਲ ਬੇਫਿਕਰ ਹੋ ਕੇ ਘਰਾੜੇ ਮਾਰ ਰਹੀ ਹੈ। ਰਹੀ ਸੋ ਬੇੜੀ ਹੈਂਦੀ, ਗਈ ਕਥੂਰੀ ਗੰਧ। ਕਹਿੰਦੇ ਉਸ ਵੇਲੇ ਜਿੰਨੀ ਵੀ ਖੁਸ਼ਬੂ ਲਾਈ, ਜੋ ਵੀ ਉਹਨੇ ਕੀਤਾ, ਪਤੀ ਆਇਆ ਜਦੋਂ ਸੁੱਤਾ ਵੇਖਿਆ ਤੇ ਮੁੜ ਗਿਆ। ਕਹਿੰਦੇ ਵੀ ਰਹਿਣ ਦਿਓ, ਪਰੇਸ਼ਾਨ ਨਹੀਂ ਕਰਨਾ। ਇਸੇ ਤਰ੍ਹਾਂ ਇਹਦੇ ਅਰਥ ਇਹ ਨਿਕਲਦੇ ਵੀ ਜਿਹੜੇ ਅੱਜ ਸੁੱਤੇ ਪਏ ਮਾਇਆ ਦੇ ਨਸ਼ੇ 'ਚ, ਦੌਲਤ ਦੇ ਨਸ਼ੇ 'ਚ, ਰਾਜ ਦੇ ਨਸ਼ੇ 'ਚ, ਇਹਨਾਂ ਨੂੰ ਨਹੀਂ ਚੰਗਾ ਲੱਗਦਾ ਪਾਠ, ਨਾ ਗੁਰਦੁਆਰਾ ਚੰਗਾ ਲੱਗਦਾ, ਨਾ ਅੰਮ੍ਰਿਤ ਵੇਲਾ। ਕਈ ਘਰਾਂ 'ਚ ਹੁੰਦੇ ਜੇ ਇੱਕ ਅੱਧਾ ਆਉਂਦਾ ਤੇ ਉਹਨੂੰ ਕਹਿੰਦੇ ਤੂੰ ਰੋਜ਼ ਤੁਰ ਪੈਣਾ, ਉੱਥੇ ਗੁਰਦੁਆਰੇ ਕੀ ਰੱਖਿਆ, ਬਹਿ ਜਾ ਘਰੇ। ਉਹਨਾਂ ਦੇ ਅਰਥ ਫਰੀਦ ਸਾਹਿਬ ਨੇ ਕੀਤੇ ਵੀ ਜਿਹੜੇ ਸੁੱਤੇ ਪਏ ਮਾਇਆ ਦੇ ਨਸ਼ੇ 'ਚ, ਉਹਨਾਂ ਨੂੰ ਪਤੀ ਆਉਂਦਾ ਤੇ ਹੈਗਾ ਠਾਉਣ, ਸਵੇਰੇ ਇੱਕ ਵਾਰੀ ਜਾਗ ਆਉਂਦੀ ਹੈਗੀ 3 ਵਜੇ, ਪਰ ਉਹ ਜਦੋਂ ਸੁੱਤੀਆਂ ਰੂਹਾਂ ਨੂੰ ਵੇਖ ਕੇ ਬਾਬਾ ਜੀ ਕਹਿੰਦੇ ਮਾਲਕ ਮੁੜ ਜਾਂਦਾ, ਫਿਰ ਉਹ ਸਾਰਾ ਸ਼ਿੰਗਾਰ ਐਵੇਂ ਹੀ ਜਾਂਦਾ, ਉਹਦਾ ਕੋਈ ਮੁੱਲ ਨਹੀਂ ਪੈਂਦਾ। ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨ ਜਾਏ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਲੋਕੀ ਡਰਦੇ ਮੇਰਾ ਜੋਬਨ ਨਾ ਚਲ ਜੇ। ਮੈਂ ਪਹਿਲਾਂ ਵੀ ਸੰਗਤੇ ਤੁਸੀਂ ਸਰੋਤੇ ਆ ਪੁਰਾਣੇ, ਰੋਜ਼ ਕਥਾ ਸੁਣਦੇ। ਬਾਬਾ ਸੁਥਰਾ ਜੀ ਕਥਾ ਦੇ ਵਿੱਚ ਬੈਠੇ ਸਨ ਪਿੱਛਾ ਕਰਕੇ,
ਤੇ ਸੰਗਤ ਕਹਿੰਦੀ ਵੀ ਆ ਵੇਖੋ ਮਹਾਰਾਜ ਇਹਦੇ ਕੰਮ, ਵੀ ਸਾਰੇ ਮੂੰਹ ਕਰਕੇ ਬੈਠੇ ਤੇ ਇਹ ਪਿੱਠ ਕਰਕੇ ਬੈਠਾ ਏ। ਤੇ ਮਹਾਰਾਜ ਕਹਿੰਦੇ ਆ ਜਾ ਉਰੇ, ਤੂੰ ਪਿੱਛਾ ਕਾਹਤੋਂ ਕੀਤਾ? ਕਹਿੰਦੇ ਮਹਾਰਾਜ ਜੀ ਬਾਣੀ ਬਹੁਤ ਛਿੱਤਰ ਮਾਰਦੀ ਹੈ, ਬਹੁਤ ਕੁੱਟਦੀ ਹੈ ਬਾਣੀ। ਮਾਂ ਹੈ ਨਾ, ਜਦੋਂ ਬੱਚਾ ਗਲਤੀ ਕਰੇ ਤੇ ਮਾਂ ਫੜਕਾਉਂਦੀ ਵੀ ਬੜਾ ਹੀ, ਫਿਰ ਥੋੜੇ ਚਿਰ ਬਾਅਦ ਚੁੱਕ ਕੇ ਜ਼ਰੂਰ ਗੱਲ ਨਾਲ ਲਾ ਲੈਂਦੀ ਹੈ। ਆਪਾਂ ਨਿੱਕੇ ਹੁੰਦੇ ਸੀ ਨਾ, ਜਦੋਂ ਮੰਨ ਲਾ ਗਲਤੀ ਕਰਨੀ, ਜੇ ਮਾਂ ਨੇ ਦੁੱਧ ਚੋ ਕੇ ਰੱਖਿਆ ਬਾਲਟੀ 'ਚ ਤੇ ਪਾਉਣ ਲੱਗਿਆਂ ਬਾਲਟੀ ਮੋਦੀ ਕਰਤੀ ਤੇ ਛਿੱਤਰ ਆਇਆ ਮਾਤਾ ਦੇ ਕੋਲ ਤੇ ਬੜਾ ਫੜਕਾਇਆ। ਫਿਰ ਕਹਿੰਦੇ ਉਹ ਆਉਣ ਵਾਲਾ ਬਾਪੂ ਤੇਰਾ ਤੜਕੇ 2 ਵਜੇ ਦਾ ਤੂੜੀ ਪੱਠੇ ਪਾਉਣ ਦਿਆ, ਦੁੱਧ ਹੀ ਨਹੀਂ ਆਉਣਾ, ਸਾਰਾ ਹੀ ਰੋੜਤਾ ਹੀ। ਚੰਗਾ ਛਿੱਤਰ ਪਰੇਡ ਪਹਿਲਾਂ ਉਹਨੇ ਕੀਤੀ, ਫਿਰ ਬਾਪੂ ਨੇ, ਤੇ ਬਾਅਦ ਵਿੱਚ ਘੰਟੇ ਕੁ ਬਾਅਦ ਕਹਿੰਦੇ ਛੱਡ ਉਰੇ ਆ। ਉਹ ਤਾਂ ਗੋਠ ਜੀ 'ਚ ਬਹਿ ਕੇ ਰੋਈਦਾ ਸੀ, ਅੱਖਾਂ ਸਜਾਈਆਂ। ਕਹਿੰਦੀ ਆ ਜਾ ਉਰੇ ਹੁਣ। ਮੈਂ ਕਿਹਾ ਪਹਿਲਾਂ ਮਾਰਿਆ ਚਲਕੋਨੀ ਪੁੱਤ, ਗੁੱਸੇ 'ਚ ਮਾਰਿਆ, ਪੁੱਤ ਤੋਂ ਦੁੱਧ ਚੰਗਾ। ਹੁਣ ਗੁਰਬਾਣੀ ਵੀ ਜਦੋਂ ਮੱਤ ਦਿੰਦੀ ਹੈ ਨਾ, ਜਿਹੜਾ ਬੰਦਾ ਖਾਂਦਾ ਪੀਂਦਾ ਜੇ ਕੋ, ਉਹਨੂੰ ਬੜਾ ਗੁੱਸਾ ਚੜਦਾ ਜੇ। ਮੇਰੇ ਨਾਲ ਹੋਈ ਵੀ ਇੱਕ ਵਾਰੀ, ਇੱਕ ਸਿੰਘ ਨੇ ਕਿਹਾ, ਕਹਿੰਦੇ ਬਾਬਾ ਇੱਕ ਵਾਰ ਤੁਸੀਂ ਤਾਂ ਕਥਾ ਕੀਤੀ, ਮੇਰਾ ਜੀ ਕਰੇ ਬਾਬੇ ਦੇ ਸਿਰ 'ਚ ਮਾਰਾਂ ਕੁਛ। ਕਹਿੰਦਾ ਮੈਂ ਉੱਥੇ ਬੈਠਾ ਸੀ ਤੇ ਮੈਨੂੰ ਏਦਾਂ ਲੱਗੇ ਵੀ ਮੈਨੂੰ ਕਹੀ ਜਾਂਦੇ ਆ। ਕਹਿੰਦਾ ਪਰ ਅੱਜ ਮੈਨੂੰ ਮਹਿਸੂਸ ਹੋਇਆ ਮੈਂ ਗਲਤ ਸੀ, ਤੁਸੀਂ ਸਹੀ ਸੀ। ਮੈਂ ਕਿਹਾ ਤਾਂ ਵੀ ਸ਼ੁਕਰ ਆ। ਕਿੰਨੇ ਕੁ ਚਿਰ 'ਚ ਮਹਿਸੂਸ ਹੋ ਗਿਆ? ਕਹਿੰਦੇ 3 ਸਾਲਾਂ ਬਾਅਦ ਮਿਲਿਆ ਬੰਦਾ ਮੈਨੂੰ ਇੱਥੇ। ਹੁਣ ਰੋਜ਼ ਆਉਂਦਾ ਸਵੇਰੇ ਅੰਮ੍ਰਿਤ ਵੇਲੇ ਤੇ ਕਹਿੰਦਾ ਭਾਈ ਸਾਹਿਬ ਮੈਨੂੰ ਉਦੋਂ ਤੇ ਬੜਾ ਗੁੱਸਾ ਲੱਗਾ ਸੀ ਤੁਹਾਡੇ ਤੇ, ਪਰ ਅੱਜ ਮੈਂ ਕਹਿੰਦਾ ਵੀ ਉਹ ਬਚਨ ਮੁੜ ਕੇ ਲੱਭੇ ਨਹੀਂ ਕਿਤੇ, ਮੇਰੀ ਜ਼ਿੰਦਗੀ ਬਦਲ ਗਈ। ਤੂੰ ਮਾਂ ਪਿਓ ਕੁੱਟਦਾ ਹੈ, ਜਦੋਂ ਟੀਚਰ ਕੁੱਟਦਾ ਹੈ ਨਾ ਤੇ ਪਤਾ ਹੁੰਦਾ ਹੋਮਵਰਕ ਨਹੀਂ ਕੀਤਾ, ਤੇ ਸਵੇਰੇ ਸਕੂਲੇ ਜਾਂਦੇ ਰਾਹ 'ਚ ਗੁਰਦੁਆਰਾ ਹੁੰਦਾ ਸੀ ਸਾਡੇ, ਤੇ ਉੱਥੋਂ ਦੁਕਾਨ ਤੋਂ ਨਾ 2-3 ਰੁਪਈਆਂ ਦੀਆਂ ਫੁੱਲੀਆਂ ਲੈ ਕੇ ਤੇ ਗੁਰਦੁਆਰੇ ਚੜਾ ਕੇ ਕਹਿਣਾ, ਗੁਰੂ ਮਹਾਰਾਜ ਸਾਡਾ ਹਿਸਾਬ ਵਾਲਾ ਟੀਚਰ ਨਾ ਰਾਹ 'ਚ ਡਿੱਗ ਪਏ, ਉਹਦਾ ਮੋਟਰਸਾਈਕਲ ਪਲਟ ਜੇ, ਰੱਬ ਕਰਕੇ ਮਰ ਜੇ, ਸਕੂਲੇ ਰਾਹ ਹੋਵੇ। ਪਤਾ ਸੀ ਵੀ ਉਹਨੇ ਆ ਕੇ ਕੰਮ ਪੁੱਛਣਾ। ਤੇ ਅੱਜ ਚੇਤਾ ਆਉਂਦਾ ਵੀ ਉਹ ਟੀਚਰ ਨੂੰ ਬਦਦੁਆਈ ਦਿੰਦੇ ਸੀ, ਪਰ ਉਹ ਚੰਗਾ ਸੀ। ਅੱਜ ਜਦੋਂ ਕੋਈ ਏਦਾਂ ਕਥਾ ਕਰਦਾ ਨਾ ਗੁਰੂ ਪ੍ਰਤੀ ਦਿਲੋਂ, ਉਹਨੂੰ ਇੱਕ ਵਾਰ ਸਾਰੇ ਹੀ ਮਾੜਾ ਕਹਿੰਦੇ, ਕਿਉਂਕਿ ਜਿਹੜਾ ਬੰਦਾ ਉਹ ਛਕਦਾ ਪੀਂਦਾ ਉਹਨੂੰ ਗੁੱਸਾ ਤੇ ਚੜਦਾ ਹੀ ਆ। ਹੁਣ ਉਹਦੀ ਵਾਹ ਨਹੀਂ ਜਾਂਦੀ ਕੋਈ ਵੀ ਮੈਂ ਜਾ ਕੇ ਬਾਬੇ ਗੁਰੂ ਗ੍ਰੰਥ ਸਾਹਿਬ ਦੇ ਬੈਠੇ ਦੇ ਸਿਰ 'ਚ ਮਾਰਾਂ ਕੁਝ, ਪਰ ਉਹ ਬਾਰ-ਬਾਰ ਇੱਕ ਵਾਰੀ ਪੂਰਾ ਅੰਦਰੋਂ ਐਨ ਆਪਣਾ ਗੁੱਸਾ ਕਰ ਲੈਂਦਾ ਜ਼ਾਹਰ। ਪਰ ਗੁਰੂ ਮਹਾਰਾਜ ਕਹਿੰਦੇ ਮਾਂ ਮਾਰਦੀ ਹੈ ਪਰ ਧੱਕਾ ਨਹੀਂ ਦਿੰਦੀ। ਭਾਈ ਸੁਥਰਾ ਕਹਿੰਦਾ ਮਹਾਰਾਜ ਮੈਂ ਤਾਂ ਨਹੀਂ ਮੂੰਹ ਜਿਹਾ ਕਰਕੇ ਬਹਿੰਦਾ, ਇੱਥੇ ਤੇ ਬਚਨ ਸਿੱਧੇ ਕਰੀ ਜਾਂਦੀ ਬਾਣੀ, ਸਿੱਧੇ ਝਾਟੇ ਪੈਂਦਾ। ਕਹਿੰਦੇ ਤੇਰਾ ਭਲਾ ਹੀ ਆ। ਜਿਹੜਾ ਟੀਚਰ ਦੀ ਕੁੱਟ ਖਾ ਜੇ, ਉਸਤਾਦ ਦੀ ਪਾਨਾ ਮਾਰਿਆ, ਉਸਤਾਦ ਨੇ ਪਿਤਾ ਜੀ ਦੱਸਦੇ ਡਰਾਈਵਰੀ ਸਿੱਖਦੇ ਸੀ ਤੇ ਗੱਡੀ ਸਿਖਾਉਂਦੇ ਤੇ ਥੱਲੇ ਕੱਚੇ ਲੈ ਗਈ ਤੇ ਉਹਦੇ ਕੋਲ ਪਾਨਾ ਸੀ ਪਿਆ ਅੰਦਰ, ਤੇ ਆ ਮੋਰਾਂ 'ਚ ਮਾਰਿਆ। ਕਹਿੰਦੇ 5-6 ਦਿਨ ਸੋਜ ਪਈ ਰਹੀ, ਪਰ ਮੁੜ ਕੇ ਸਟੀਅਰਿੰਗ ਨਹੀਂ ਸੀ ਥੱਲੇ ਉਤਰਿਆ। ਇਹ ਜਿਨ੍ਹਾਂ ਨੇ ਸਿੱਖਿਆ ਨਾ ਉਸਤਾਦਾਂ ਤੋਂ, ਇਹਨੇ ਏਦਾਂ ਹੀ ਸਿੱਖਿਆ। ਏਦਾਂ ਹੀ ਜਦੋਂ ਬੰਦਾ ਨਵਾਂ ਗੁਰੂ ਘਰ ਆਉਂਦਾ, ਜਦੋਂ ਬਾਣੀ ਦੇ ਅਰਥ ਸੁਣਦੇ, ਪਹਿਲੀ ਗੱਲ ਤੇ ਬਹੁਤੇ ਹਟ ਜਾਂਦੇ, ਭੱਜ ਜਾਂਦੇ ਆ। ਪਰ ਜਿਹੜਾ ਝੱਲ ਗਿਆ ਮਾਰ, ਤੇ ਫਿਰ ਮਾਰੇ ਕਹਿੰਦੇ ਜਿੱਦਣ ਮੰਜਾ ਚੁੱਕ ਕੇ ਤੇਰਾ ਪਿੰਡ ਵਾਲੇ ਲਗਾਏ ਨਾ, ਉਦੋਂ ਮੈਂ ਏਦਾਂ ਐ ਲੈਣ ਆਊਂਗਾ ਤੈਨੂੰ ਆਪ, ਪਰ ਥੋੜਾ ਜਿਹਾ ਮਿਹਨਤ ਕਰ ਲਾ। 2 ਨੰਬਰ 'ਚ ਨਾ ਤੁਰਿਆ ਫਿਰੀ, 1 ਨੰਬਰ 'ਚ ਜਾਈ। ਫਿਰ ਅੱਗੋਂ ਲੈਣ ਆਉਂਦੇ ਸਤਿਕਾਰ ਨਾਲ। 2 ਨੰਬਰ ਵਾਲੇ ਤਾਂ ਰੁਲ ਵੀ ਜਾਂਦੇ ਰਾਹ 'ਚ, ਉਹ ਤਾਂ ਤੁੱਕਾ ਹੀ ਹੈ, ਜੇ ਚੱਲ ਗਿਆ ਠੀਕ ਹੈ, ਨਹੀਂ ਤੇ 30-30 ਲੱਖ ਬਰਬਾਦ ਵੀ ਹੋ ਜਾਂਦਾ ਕਈ ਵਾਰ। ਤੋ ਇਸ ਕਰਕੇ ਸਾਧ ਸੰਗਤ ਬਾਣੀ ਦੇ ਬਚਨ ਸਿੱਧੇ ਹੁਣ ਥੋੜੇ ਜਿਹੇ ਧਿਆਨ ਨਾਲ ਸੁਣ ਲਿਓ, ਥੋੜਾ ਜਿਹਾ ਜ਼ਿਕਰ ਜੇਰਾ ਕਰਕੇ। ਮੈਂ ਕੋਲੋਂ ਕੁਝ ਨਹੀਂ ਕਹੂੰਗਾ। ਬਾਬਾ ਫਰੀਦ ਸਾਹਿਬ ਕਹਿੰਦੇ ਜੋਬਨ ਜਾਂਦੇ ਜੇ ਸਹਿ ਪ੍ਰੀਤ ਨਾ ਜਾਏ, ਕਹਿੰਦੇ ਲੋਕੀ ਡਰਦੇ ਮੇਰੀ ਜਵਾਨੀ ਨਾ ਚੱਲ ਜੇ। ਤੇ ਇੱਕ ਬੰਦੇ ਨੇ ਅੰਮ੍ਰਿਤ ਛਕਿਆ ਤੇ ਉਹ ਤਾਂ ਦਾੜੀ ਕਾਲੀ ਕੀਤੀ, ਤੇ ਮਹਾਂਪੁਰਖ ਬੈਠੇ ਸੀ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ, ਤੇ ਉੱਥੇ ਸੰਗਤਾਂ, ਤੇ ਉਹ ਆ ਕੇ ਮੱਥਾ ਟੇਕਿਆ ਉਹਨੇ 10-12 ਹਜ਼ਾਰ। ਤੇ ਬਾਬਾ ਜੀ ਘੱਟ ਹੀ ਬੋਲਦੇ, ਮਹਾਂਪੁਰਖ ਤੇ ਹੱਸ ਪਏ। ਕਹਿੰਦੇ ਓਏ ਉਰੇ ਆ। ਸਾਧੂ ਨੂੰ ਵੇਖ ਕੇ ਕੰਬਦੀ ਦੁਨੀਆ। ਤੇ ਬਾਬਾ ਜੀ ਨੇ ਏਦਾਂ ਸਿਰ ਤੇ ਹੱਥ ਫੇਰਿਆ, ਕਹਿੰਦੇ ਪੁੱਤ ਕੋਈ ਕ੍ਰਾਈਮ ਕੀਤਾ, ਤੂੰ ਮਾੜਾ ਕਰਮ ਕੀਤਾ, ਕੋਈ ਗੁਨਾਹ ਹੋਇਆ? ਕਹਿੰਦੇ ਬਾਬਾ ਜੀ ਕੀ? ਕਹਿੰਦੇ ਪੁੱਤ ਮੂੰਹ ਕਾਲਾ ਉਹਨਾਂ ਦਾ ਹੁੰਦਾ ਜਿਹੜੇ ਕ੍ਰਾਈਮ ਕਰਨ, ਤੇ ਤੂੰ ਪੁੱਤ ਇੰਨਾ ਸੁੰਦਰ ਤੇਰਾ ਦਾੜਾ, ਇਹਨੂੰ ਕਾਹਤੋਂ ਛੇੜਿਆ? ਰੋ ਪਿਆ ਸੀ ਉਹ। ਉਹਦੇ ਪਿੱਛੇ ਕੀ ਚੱਕਰ ਪਿਆ? ਉਹਨੂੰ ਨਾਲ ਦਿਆਂ ਨੇ ਬਾਅਦ 'ਚ ਪੁੱਛਿਆ, ਕਹਿੰਦੇ ਵੀ ਏਦਾਂ ਕਿਉਂ ਕੀਤਾ? ਕਹਿੰਦਾ ਭਰਾਵਾ ਮੈਂ ਬੜਾ ਦੁਖੀ ਹਾਂ। ਕਹਿੰਦਾ ਵੀ ਸਾਡਾ ਵਿਆਹ ਹੋਇਆ 2 ਜੀਆਂ ਦਾ, ਤੇ ਨਾਲ ਦੀ ਜੰਗ ਹੈ, ਤੇ ਮੈਂ ਬੁੱਢਾ।
ਤੇ ਜਦੋਂ ਅਸੀਂ ਵਿਆਹ ਵਿਊਹ ਤੇ ਜਾਂਦੇ ਤੇ ਉਹ ਤਾਂ ਫੋਟੋ ਨਹੀਂ ਖਿਚਾਉਂਦੀ। ਇਹ ਦੁਨਿਆਵੀ ਜ਼ਿੰਦਗੀ ਆ ਜੀ। ਉਹ ਕਹਿੰਦੀ ਮੈਂ ਇਕੱਲੀ ਖਿਚਾਉਣੀ, ਉਹ ਤੇ ਸਾਰੇ ਹੱਸਦੇ, ਕਹਿੰਦੇ ਤੇਰਾ ਘਰ ਵਾਲਾ ਤਾਂ ਬੁੱਢਾ ਹੈ। ਉਹਦੀ ਮਜਬੂਰੀ ਸਹੀ ਸੀ, ਪਰ ਮਹਾਂਪੁਰਖ ਕਹਿੰਦੇ ਕਮਲਿਆ ਦੁਨੀਆ ਨੂੰ ਖੁਸ਼ ਕਰਨਾ ਕਿ ਉਹਨੂੰ ਕਰਨਾ ਹੀ। ਫਿਰ ਕੀ ਕੋਈ ਕਹੀ ਜਾਵੇ, ਜਦੋਂ ਅਸੀਂ ਖੁਸ਼ ਹਾਂ ਦੋਵੇਂ ਜੀ, ਸਾਡਾ ਸਭ ਕੁਝ, ਅਸੀਂ ਕਿਸੇ ਤੋਂ ਕੀ ਲੈਣਾ। ਤੂੰ ਇਹ ਸ਼ਲੋਕ ਧਿਆਨ ਨਾਲ ਸੁਣ ਲਿਓ। ਉਦਾਂ ਮੈਂ ਤੁਹਾਨੂੰ ਕਹਿੰਦਾ ਤੁਸੀਂ ਗੁੱਸਾ ਕਰਨਾ ਸੀ, ਪਰ ਅੱਜ ਬਾਬਾ ਫਰੀਦ ਕਹਿੰਦਾ ਹੈ ਵੀ ਲੋਕੀ ਡਰਦੇ ਆ ਮੇਰੀ ਜਵਾਨੀ ਨਾ ਚੱਲ ਜੇ। ਕਈ 80-80 ਸਾਲਾਂ ਦੇ ਵੀ ਕਾਲੋਂ ਲਾਉਂਦੇ ਸਿਰ ਤੇ ਦਾੜੇ ਤੇ ਵੀ ਜਵਾਨ ਲੱਗੀਏ। ਇਹ ਬਿਲਕੁਲ ਨਹੀਂ ਲਾਉਣੀ ਜੇ ਤੇ ਗੁਰੂ ਨੂੰ ਪਿਆਰ ਕਰਨਾ ਜੀ। ਤੋ ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੋਬਨ ਜਾਂਦੇ ਲੋਕ ਡਰਦੇ ਐ। ਵਿੱਚੋਂ ਚੱਕਰ ਤੇ ਇਹੋ ਹੀ ਹੁੰਦਾ ਕਿ ਮੈਂ ਜਵਾਨ ਲੱਗਾ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਡਰਦਾ ਕਿਤੇ ਮੇਰਾ ਪਿਆਰ ਨਾ ਖਤਮ ਹੋ ਜੇ। ਲੋਕੀ ਡਰਦੇ ਮੇਰੀ ਜਵਾਨੀ ਨਾ ਖਤਮ ਹੋ ਜੇ। ਬਾਬਾ ਫਰੀਦ ਕਹਿੰਦਾ ਮੈਂ ਕਹਿੰਦਾ ਸਭ ਕੁਝ ਖਤਮ ਹੋ ਜੇ, ਮੇਰਾ ਪਿਆਰ ਨਾ ਮੁੱਕ ਜੇ। ਰੀਤਾ ਕੀਤੀ ਜੋਬਨ ਪ੍ਰੀਤ ਬਿਨ, ਸੁੱਕ ਗਏ ਕੁਮਲਾਏ। ਸੋ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੀ ਪ੍ਰੀਤ ਸੁੱਕ ਗਈ, ਭਾਵ ਜਿਨ੍ਹਾਂ ਦਾ ਰੱਬ ਨਾਲ ਪਿਆਰ ਟੁੱਟ ਗਿਆ, ਉਹ ਮੁੜ ਕੇ ਹਰੇ ਨਹੀਂ ਹੋਏ। ਜਨਮ ਤੇ ਫੇਰ ਮਿਲ ਜੂ, ਬਚਪਨਾ ਫੇਰ ਆਜੂ, ਜਵਾਨੀ ਫੇਰ ਆਜੂ, ਬੁਢੇਪਾ ਆਜੂ, ਪਰ ਜੇ ਇੱਕ ਵਾਰੀ ਗੁਰੂ ਦੇ ਹੱਥੋਂ ਨਿਕਲ ਗਏ ਤੇ ਦੁਬਾਰਾ। ਫਰੀਦਾ ਕੀਤੀ ਜੋਬਨ ਪ੍ਰੀਤ ਬਿਨ, ਸੁੱਕ ਗਏ ਕੁਮਲਾਏ। ਇਸ ਕਰਕੇ ਸਾਧ ਸੰਗਤ ਜੀ ਰਹੀ ਵਾਸਤੇ ਘੱਤ ਸਮੇਂ ਨੇ, ਫੜ ਫੜ ਰਹੀ ਧਰੀਕ ਸਮੇਂ, ਖਸਕਾਈ ਕੰਨੀ। ਇਹ ਸਮਾਂ ਹੱਥੋਂ ਨਿਕਲਦਾ। ਜਿੰਨਾ ਮਰਜੀ ਜਵਾਨੀ ਨੂੰ ਰੋਕ ਲਓ, ਇਹ ਰੁਕਣੀ ਨਹੀਂ। ਮੰਨ ਲਓ ਮੂੰਹ ਤੇ ਕੁਝ ਲਾ ਲਾਂਗੇ, ਕੇਸਾਂ ਨੂੰ ਕਾਲਾ ਕਰ ਲਾਂਗੇ, ਪਰ ਜਿੱਦਣ ਸੱਦੇ ਆ ਗਏ ਜਮਾ ਨੂੰ ਕੌਣ ਕਹੂਗਾ ਵੀ ਮੈਂ ਅਜੇ ਜਵਾਨ ਆ। ਉਹਨੇ ਥੋੜਾ ਵੇਖਣਾ। ਗੁਰਬਾਣੀ ਕਹਿੰਦੀ ਬਾਰੇ ਬੂਢੇ ਤਰਨਾ ਭਈਆ, ਸਭ ਹੂੰ ਜਮ ਲੈ ਜਈ ਹੈ ਰੇ। ਉਹਨੇ ਨਹੀਂ ਵੇਖਣਾ ਵੀ ਤੂੰ 25 ਦਾ ਕਿ 50 ਦਾ ਕਿ 75 ਦਾ, ਬਸ ਉਹਨੇ ਲੈ ਜਾਣਾ। ਇਸ ਕਰਕੇ ਮਿੱਤਰਾ ਦੁਨੀਆ ਨੂੰ ਖੁਸ਼ ਕਰਨਾ ਛੱਡ ਦੇ ਤੇ ਉਸ ਪਿਆਰੇ ਨੂੰ ਖੁਸ਼ ਕਰ। ਕਰ ਸਾਈਂ ਸਿਉ ਪਿਰ ਹੜੀ, ਕਰ ਸਾਈਂ ਸਿਉ ਪਿਰ ਹੜੀ, ਕਰ ਸਾਈਂ ਸਿਉ ਪਿਰ ਹੜੀ, ਕਰ ਸਾਈਂ ਸਿਉ ਪਿਰ ਹੜੀ। ਰੰਗ ਨਵੇਲਾ ਹੋਏ, ਰੰਗ ਨਵੇਲਾ ਹੋਏ, ਰੰਗ ਨਵੇਲਾ ਹੋਏ, ਰੰਗ ਨਵੇਲਾ ਹੋਏ। ਕਰ ਸਾਈਂ ਸਿਉ ਪਿਰ ਹੜੀ, ਕਰ ਸਾਈਂ ਸਿਉ ਪਿਰ ਹੜੀ, ਕਰ ਸਾਈਂ ਸਿਉ ਪਿਰ ਹੜੀ, ਕਰ ਸਾਈਂ ਸਿਉ ਪਿਰ ਹੜੀ। ਕਹਿੰਦੇ ਪਿਆਰ ਕਰਿਆ ਜਿੰਨਾ ਵੀ ਕਰ ਲਾ। ਸੋ ਸਾਧ ਸੰਗਤ ਜੀ ਇਹ ਬਚਨ ਗੁਰੂ ਦੇ ਸੀ, ਮੇਰੇ ਨੀਆਂ ਤੇ ਨਾ ਮੈਂ ਕਦੀ ਕੋਲੋਂ ਕਿਹਾ ਹੀ ਹੈ। ਮਹਾਰਾਜ ਦੇ ਵੀ ਬਚਨ ਹੈ ਜਿਹੜੇ ਮਹਾਂਪੁਰਖ ਕਥਾ ਸਿਖਾਉਂਦੇ ਸੀ ਨਾ। ਉਹ ਕਹਿੰਦੇ ਜਿਹੜਾ ਬੰਦਾ ਕਥਾ ਕਰਦਿਆਂ ਕਿਸੇ ਨੂੰ ਲਾ ਕੇ ਗੱਲ ਕਹਿੰਦਾ ਨਾ, ਮਤਲਬ ਤੁਸੀਂ ਬੈਠੇ ਸਾਹਮਣੇ ਤੇ ਮੈਂ ਜਾਣ ਕੇ ਕਿਸੇ ਨੂੰ ਲਾ ਕੇ ਕਵਾਂ ਮਾਰੇ, ਕਹਿੰਦੇ ਨਰਕਾਂ ਦਾ ਭਾਗੀ ਆ। ਜੋ ਗੁਰੂ ਦਾ ਸ਼ਬਦ ਆਉਂਦਿਆ ਬਸ ਉਹਦੇ ਮੁਤਾਬਕ ਚੱਲੀ ਜਾ, ਦੱਸੀ ਜਾ ਜੋ ਕੁਝ ਹੈਗਾ। ਪਰ ਜੇ ਆਪਾਂ ਕਈ ਵਾਰੀ ਸਪੈਸ਼ਲ ਆ ਨਾ ਵੀ ਕੋਈ ਮੇਰੇ ਨਾਲ ਟੇਢਾ ਹੋਵੇ ਤੇ ਮੈਂ ਉਹਨੂੰ ਵੇਖ ਕੇ ਕਥਾ ਕਰਾਂ, ਮਾਰੇ ਕਹਿੰਦੇ ਨਰਕਾਂ 'ਚ ਜਾਣਾ। ਇਸ ਕਰਕੇ ਸੰਗਤ ਜੀ ਜਿੰਨੇ ਵੀ ਬੋਲ ਅੱਜ ਮੈਂ ਕਹੇ ਆ, ਮੇਰਾ ਕੋਈ ਨਹੀਂ। ਇਹ ਮਹਾਰਾਜ ਦੇ ਬੋਲ ਉੱਚੇ ਸੁੱਚੇ ਹੈ। ਤੇ ਫਿਰ ਇੰਨਾ ਜ਼ਰੂਰ ਆ ਵੀ ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ 'ਚ ਹੀ ਟਿਕਦਾ, ਹੋਰ ਕਿਸੇ 'ਚ ਨਹੀਂ ਟਿਕਦਾ। ਇਹ ਵਿਦਵਾਨਾਂ ਦੀ ਰਾਏ ਹੈ ਵੀ ਉਹ ਇੰਨੀ ਪਾਵਰ ਹੁੰਦੀ ਉਹ 'ਚ ਸ਼ੇਕ ਕਰ ਦਿੰਦਾ ਭਾਂਡੇ। ਇਸੇ ਤਰ੍ਹਾਂ ਇਹ ਜਿਹੜੀ ਕਥਾ ਸ਼ਹੀਦਾਂ ਦੀਆਂ ਕਥਾ ਕਹਾਣੀਆਂ ਨਾ, ਇਹਨਾਂ ਨੂੰ ਸੁਣ ਵੀ ਉਹ ਹੀ ਸਕਦਾ ਜਿਹਦੇ ਤੇ ਕਿਰਪਾ। ਮਾੜਾ ਬੰਦਾ ਤੇ ਉੱਠ ਕੇ ਭਾਜੂ ਉਸੇ ਵੇਲੇ ਹੀ, ਕਿਉਂਕਿ ਇਹਨੂੰ ਸੁਣਨਾ ਵੀ
ਤੁਸੀਂ ਆਪ ਸਿਆਣੇ ਹੋ ਕਿ ਪਿਆਰਿਓ, ਰਬੜ ਦੀ ਬਾਲਟੀ ਦੇ ਵਿੱਚ ਤੱਤਾ ਤੱਤਾ ਲੋਹਾ ਰੱਖਿਆ ਨਹੀਂ ਜਾਣਾ। ਇਹ ਤਾਂ ਲੋਹੇ ਨੂੰ ਲੋਹਾ ਹੀ ਰੱਖੂਗਾ। ਇਹ ਵੀ ਸ਼ਹੀਦਾਂ ਦੇ ਬੋਲ ਉਹੋ ਹੀ ਸੁਣ ਸਕਦਾ ਜਿਹਦਾ ਅੰਦਰ ਥੋੜਾ ਜਿਹਾ ਮਜ਼ਬੂਤ ਆ। ਆਮ ਬੰਦਾ ਉਸੇ ਵੇਲੇ ਗੁੱਸਾ ਕਰਕੇ ਉਹ ਤੇ ਬੁਲਾਉਣੋਂ ਵੜ ਜਾਂਦਾ, ਉਹ ਤਾਂ ਪਰੇ ਨੂੰ ਮੂੰਹ ਕਰਕੇ ਲੰਘ ਜੂਗਾ। ਪਰ ਜਿਹਨੂੰ ਇਹ ਲੋਹਾ ਪਸੰਦ ਆ ਗਿਆ ਤੇ ਉਹਨੇ ਆਵਾਜ਼ ਮਾਰ ਕੇ ਕਹਿਣਾ ਧੰਨਵਾਦ ਆ। ਭਾਵੇਂ ਬਾਬਾ ਜੀ ਅਸੀਂ ਏਦਾਂ ਦੇ ਨਹੀਂ, ਪਰ ਸੱਚ ਸੱਚ ਹੀ ਹੈ, ਕੋਈ ਨਹੀਂ ਮਹਾਰਾਜ ਕਰੂ। ਇਹ ਤਾਂ ਹੋਈ ਨਾ ਆਨੰਦ ਦੀ ਬਾਤ। ਤੋ ਇਸ ਕਰਕੇ ਅੱਜ ਮਹਾਰਾਜ ਸੱਚੇ ਪਾਤਸ਼ਾਹ ਮਾਛੀਵਾੜੇ ਨੂੰ ਚਲੇ ਗਏ ਰਾਤ। ਅੱਜ ਦਿਨੇ ਹੁਣ ਇਸ ਵੇਲੇ ਯੁੱਧ ਹੋ ਰਿਹਾ ਹੈ ਤੇ ਬਾਬਾ ਸੰਗਤ ਸਿੰਘ ਦੀ ਸ਼ਹਾਦਤ ਹੋਣੀ ਦੁਪਹਿਰ ਵੇਲੇ। ਸ਼ਾਮਾਂ ਦੇ ਦੀਵਾਨ 'ਚ ਤੱਕਾਂਗੇ ਜੀ। ਵਾਹਿਗੁਰੂ ਜੀ ਕਾ ਹੋਏ ਨਾ ਜਾਣੇ ਤੁਮਰਾ ਅੰਤ ਸਗਲ ਸਮਗਰੀ ਤੁਮਰਾ ਸੁਤਰਦਾਰੀ ਤੁਮਸੇ ਹੋਏ ਸੁਭਾਗਿਆ ਪਾਰੀ ਕਤ ਮਿਤ ਤੁਮਰੀ ਜਾਣੀ ਨਾਨਕ ਦਾਸ ਅਗਰਵਾਣੀ ਆਗੇ ਅਰਦਾਸ ਮਾਰੀ ਜਿਉ ਕੇ ਸਾਧ ਤੇਰਾ